ਲੈ ਵੀ ਆਹ ਗਲਾਸ ਦਰਸ਼ਕੋ ਮੈਂ ਦਿਖਾਣਾ ਤੁਹਾਨੂੰ। ਆਹ ਤਾਂ ਬਣ ਗਿਆ ਗਲਾਸ। ਹੁਣ ਭਾਵੇਂ ਇਹਦੇ ਵਿੱਚ ਤੁਸੀਂ ਨਿੰਬੂ ਜਾਂ ਟੰਗ ਕੇ ਜਿਵੇਂ ਹੋਟਲਾਂ 'ਚ ਪਿਉਂਦੇ ਹੁੰਦੇ ਉਵੇਂ ਪੀ ਸਕਦੇ ਹੋ। ਉਸ ਤੋਂ ਬਾਅਦ 'ਚ ਇਹਨੂੰ ਇਕੱਠਾ ਕਰਕੇ ਭਾਵੇਂ ਆ ਜੇਬ 'ਚ ਪਾ ਲਓ। ਲੈ ਆ ਪੈ ਗਿਆ। ਲੈ ਇਹ ਹੁਣ ਸਾਰੇ ਉਸ ਟਾਈਮ ਦੇ ਹਥਿਆਰ ਨੇ। ਇਹ ਹਥਿਆਰ ਆ ਇਹ? ਹਾਂਜੀ, ਇਹਨਾਂ ਨੂੰ ਫੜ ਕੇ ਇਸ ਤਰ੍ਹਾਂ ਮਾਰਨ ਵਾਸਤੇ ਕੰਮ ਆਉਂਦੇ ਸੀਗੇ। ਇਹ ਅਸੀਂ ਨਾ ਸਮਾਜਿਕ ਸਿੱਖਿਆ 'ਚ ਪੜ੍ਹਦੇ ਹੁੰਦੇ ਸੀ 5ਵੀਂ 6ਵੀਂ ਦੇ ਵਿੱਚ ਇੱਦਾਂ ਦੇ। ਯਾਨੀ ਕਿ 40 ਕਰੋੜ ਸਾਲ ਪੁਰਾਣੇ ਨੇ। ਔਰ ਇਹ ਜਿਹੜਾ ਸਮੁੰਦਰੀ ਜੀਵ ਹੈ ਜਿਸ ਚੀਜ਼ ਦਾ ਇਹ ਫੋਸਿਲ ਆ, ਮਤਲਬ ਆਹ ਜੀਵ ਸੀਗਾ ਜੀ, ਉਹਦੇ ਇਹ ਖੰਭ ਜਿਹੇ ਇਹ ਪਥਰਾਟ ਇਹ ਕਿਸੇ ਦੇਵੀ ਦੇਵਤੇ ਦੀ ਤਸਵੀਰ ਆ। ਸਾਰੇ ਦੇਵੀ ਦੇਵਤਿਆਂ ਦੀ ਤਸਵੀਰਾਂ ਹੁੰਦੀਆਂ ਸੀ ਜੀ। ਕਿਸੇ ਦੇਵੀ ਦੇਵਤੇ ਦੀ ਤਸਵੀਰ ਬਣੀ ਹੋਈ ਆ। ਆਹ ਤੁਸੀਂ ਦੇਖੋਗੇ ਸਾਈਡ ਤੇ ਇਹ ਕੋਇਨ ਓਰੀਜਨਲ ਪਏ ਨੇ ਨਾਲ। ਇਹਦੀ ਜਦੋਂ ਇਹ ਸਾਰਾ ਧਰਤੀ ਦੀ ਉਥਲ ਪੁਥਲ ਹੋਈ, ਸਮੁੰਦਰ ਜਿਹੜੇ ਪਹਾੜ ਬਣੇ, ਪਹਾੜ ਸਮੁੰਦਰ ਬਣ ਗਏ, ਉਸ ਟਾਈਮ ਜਿੰਨੇ ਜੀਵ ਜੰਤੂ ਸੀ ਸਾਰੇ ਉੱਪਰ ਚਲੇ ਗਏ ਪਹਾੜਾਂ 'ਚ, ਉਹ ਕੰਪਰੈਸ ਹੋ ਗਏ। ਲੱਖਾਂ ਕਰੋੜਾਂ ਸਾਲ ਬਾਅਦ ਇਹ ਜਿਹੜੇ ਨੇ ਪਥਰਾਟ ਬਣ ਗਏ। ਇਹਦੇ 'ਚ ਸੈਂਕੜੇ ਉਹ ਜਾਨਵਰ ਲੱਗੇ ਹੋਏ ਨੇ, ਦੇਖੋ ਤੁਸੀਂ ਧਿਆਨ ਨਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਬਹੁਤ ਵੱਡਾ ਖਜ਼ਾਨਾ ਵਿਖਾਉਣਾ, ਕਹਿ ਸਕਦੇ ਹਾਂ ਕਿ 2600-2700 ਸਾਲ ਪੁਰਾਣਾ ਖਜ਼ਾਨਾ। ਹੋ ਸਕਦਾ ਉਸ ਤੋਂ ਪੁਰਾਣੀਆਂ ਚੀਜ਼ਾਂ ਵੀ ਹੋਣ। ਤੇ ਸਾਡੇ ਨਾਲ ਅੱਜ KS ਸੇਖੋਂ ਸਾਹਿਬ ਹੋਣਗੇ ਤੇ ਅੱਜ ਅਸੀਂ ਪਟਿਆਲੇ ਦੇ ਵਿੱਚ ਆ। ਤੇ ਤੁਹਾਨੂੰ ਮੈਂ ਦੱਸ ਦਿਆਂ ਵੀ ਆਫਤ ਪ੍ਰਬੰਧਨ ਦੇ ਵਿੱਚ ਵੀ ਵੱਡੇ ਅਹੁਦੇ ਤੇ ਰਹੇ ਨੇ ਸਰਦਾਰ ਸਾਹਿਬ। ਤੇ ਇਹਨਾਂ ਕੋਲੇ ਖਜ਼ਾਨਾ ਇੰਨਾ ਕਿ ਤੁਹਾਡੀਆਂ ਤੇ ਮੇਰੀਆਂ, ਮੈਂ ਕਹਿੰਦਾ ਜਦੋਂ ਮੈਂ ਆ ਕੇ ਦੇਖਿਆ ਤੇ ਅੱਖਾਂ ਟੱਡੀਆਂ ਰਹਿ ਗਈਆਂ ਵਾਲੀ ਗੱਲ ਹੋ ਗਈ ਸੀਗੀ। ਸਰ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਧੰਨਵਾਦ ਜੀ ਆਇਆਂ ਨੂੰ। ਗੱਲ ਇਉਂ ਆ ਵੀ ਸਖਤ ਡਿਊਟੀ ਤੇ ਵੀ ਰਹਿੰਦੇ ਰਹੇ ਹੋ ਤੁਸੀਂ, ਤੇ ਇਹ ਕੰਮ ਵੀ ਬਹੁਤ ਔਖਾ ਤੇ ਰੂਹ ਵਾਲਾ ਕੰਮ ਆ ਜੀ। ਤੇ ਕਿੰਨਿਆਂ ਸਾਲਾਂ ਦੇ ਵਿੱਚ ਤੁਸੀਂ ਇੰਨਾ ਖਜ਼ਾਨਾ ਇਕੱਠਾ ਕੀਤਾ ਜੀ? ਇਹ ਤਕਰੀਬਨ 40 ਇਅਰਸ 40 ਸਾਲ ਹੋ ਗਏ ਮੈਨੂੰ। ਅੱਛਾ ਜੀ। ਕਿਉਂਕਿ ਸਿੱਕਿਆਂ ਤੋਂ ਸ਼ੁਰੂ ਕੀਤਾ ਸੀਗਾ। ਤੇ ਸਿੱਕਿਆਂ ਦੇ ਨਾਲ ਨਾਲ ਜਦੋਂ ਚੀਜ਼ਾਂ ਹੋਰ ਜੁੜਦੀਆਂ ਗਈਆਂ ਤੇ ਫਿਰ ਅਲਟੀਮੇਟਲੀ ਕਿ ਫਿਰ ਇਹ ਮਿਊਜ਼ੀਅਮ ਦਾ ਰੂਪ ਧਾਰ ਗਿਆ। ਤੇ ਤੁਸੀਂ ਦੇਖ ਰਹੇ ਹੋ ਇਹ 'ਚ ਕੋਇਨ ਵੀ ਨੇ, ਫੋਸਿਲ ਵੀ ਨੇ, ਟੈਰਾਕੋਟਾ ਵੀ ਹੈ ਜੀ, ਹੋਰ ਬੜੀਆਂ ਚੀਜ਼ਾਂ, ਭਾਂਡੇ ਬਰਤਨ, ਜਿੰਦੇ, ਚਾਬੀਆਂ, ਸਭ ਕੁਝ ਪਿਆ। ਇੱਕ ਗੱਲ ਹੋਰ ਦੱਸੋ ਕਿ ਜਿਵੇਂ ਇੰਨਾ ਸਮਾਨ ਇਕੱਠਾ ਕੀਤਾ, ਘਰ ਪਰਿਵਾਰ ਬੱਚੇ ਸਾਧਨ ਇਸ ਮਸਲੇ ਤੇ ਕਈ ਵਾਰੀ ਹੁੰਦਾ ਨਾ ਵੀ ਬਾਪੂ ਆਹ ਕੀ ਇਕੱਠਾ ਕਰੀ ਜਾਂਦਾ, ਇਦਾਂ ਦਾ ਵੀ ਕਈ ਵਾਰੀ ਸਵਾਲ ਆ ਜਾਂਦਾ ਸਾਡੇ ਪਿੰਡਾਂ 'ਚ ਆਮ। ਸਾਡਾ ਅਸੀਂ ਮਾਲਵੇ ਨਾਲ ਸੰਬੰਧਿਤ ਹਾਂ। ਸਾਡਾ ਬਠਿੰਡਾ ਜ਼ਿਲ੍ਹਾ ਸੀ ਪਹਿਲਾਂ ਜੀ, ਹੁਣ ਅਸੀਂ ਮਾਨਸਾ ਜ਼ਿਲ੍ਹੇ 'ਚ ਆ ਗਏ ਜੀ। ਤੋਂ ਸਾਡੇ ਖੂਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਿ ਪੁਰਾਣੀਆਂ ਚੀਜ਼ਾਂ ਜਿੱਦਾਂ ਸੰਭਾਲ ਕੇ ਰੱਖਣੀਆਂ ਸਾਰੀਆਂ। ਸੋ ਇਦਾਂ ਦੀ ਕੋਈ ਦਿੱਕਤ ਹਾਲੇ ਤੱਕ ਤਾਂ ਨਹੀਂ ਆਈ। ਉਹਨਾਂ ਦੀ ਸਪੋਰਟ ਰਹੀ ਹੈ ਪੂਰੀ ਜੀ, ਕਿਉਂਕਿ ਇਹ ਕੋਈ ਐਬ ਨਹੀਂ ਹੈ ਜੀ। ਤੁਸੀਂ ਇੱਕ ਉਹ ਕੰਮ ਕਰ ਰਹੇ ਹੋ ਜਿਹੜਾ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੰਭਾਲ ਕੇ ਰੱਖ ਰਹੇ ਹੋ। ਸਾਡਾ ਵਿਰਾਸਤ ਹੈ ਜੀ। ਵਿਰਾਸਤ ਨੂੰ ਅਸੀਂ ਦੱਸ ਰਹੇ ਹਾਂ ਕਿ ਸਾਡੀ ਵਿਰਾਸਤ ਕਿੱਦਾਂ ਦੀ ਸੀ। ਇੱਕ ਗੱਲ ਹੋਰ ਵੀ ਹੈ ਨਾ, ਬਾਕੀ ਹੁਣ ਤੁਸੀਂ ਰਾਜਿਆਂ ਮਹਾਰਾਜਿਆਂ ਦੀ ਧਰਤੀ ਤੇ ਵੀ ਆ ਗਏ ਪਟਿਆਲੇ ਦੇ ਵਿੱਚ। ਇਹ ਵੀ ਇੱਕ ਕਿਤੇ ਸ਼ਾਹੀ ਚੀਜ਼ ਦਾ ਅਸਰ ਪੈਂਦਾ। ਸਰ ਇਧਰਲੇ ਪਾਸੋਂ ਸ਼ੁਰੂ ਕਰੋਗੇ? ਸਰ ਇਸ ਚੀਜ਼ ਦਾ ਬਹੁਤ ਅਸਰ ਪੈਂਦਾ ਜੀ। ਜਦੋਂ ਅਸੀਂ ਪਟਿਆਲੇ 'ਚ ਰਹਿੰਦੇ, ਰਾਇਲ ਸਿਟੀ ਹੈਗੀ ਤਾਂ ਆਪਣੇ ਆਪ ਹੀ ਤੁਹਾਡੇ 'ਚ ਇੱਕ ਉੱਦਾਂ ਦਾ ਜਜ਼ਬਾ ਪੈਦਾ ਹੁੰਦਾ ਹੈ ਕਿ ਰਾਇਲ ਸਿਟੀ ਦੇ ਵਿੱਚੋਂ ਤਾਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਜਿਹੜਾ ਤੁਸੀਂ ਦੂਜੇ ਸੂਬੇ ਦੇ ਲੋਕਾਂ ਨੂੰ ਦਿਖਾਉਣੇ ਹੋ ਤੇ ਉਹ ਵੀ ਵੇਖ ਕੇ ਕਹਿਣ ਕਿ ਹਾਂ ਵਾਕਈ ਇਹਦੇ 'ਚ ਕੋਈ ਦਮ ਹੈ। ਬਿਲਕੁਲ ਸਰ। ਇੱਧਰਲੇ ਪਾਸੋਂ ਆਪਾਂ ਸ਼ੁਰੂ ਕਰੀਏ ਹੈ ਨਾ। ਟੈਰਾਕੋਟਾ ਮੋਡਿਊਲਸ ਐਂਡ ਕੀ ਇਹ ਲਿਖਿਆ ਹੋਇਆ ਤੁਹਾਡਾ ਇੰਡਸ, ਇਹ ਸਾਰਾ ਟੈਰਾਕੋਟਾ ਹੈ ਜੀ, ਜਿਹੜਾ ਡਿਫਰੈਂਟ ਸਾਈਟਸ ਦੇ ਉੱਤੋਂ ਮੈਨੂੰ ਆਪਣੇ ਪਿੰਡਾਂ ਦੇ ਵਿੱਚੋਂ, ਸਾਡੇ ਜਿਹੜੇ ਖੇਤ ਨੇ ਉਹ ਵੀ ਥਿਆਂ ਦੇ ਉੱਤੇ ਨੇ ਜੀ। ਜਦੋਂ ਵੀ ਉੱਥੇ ਮੀਂਹ ਪੈਂਦੇ ਨੇ ਜਾਂ ਵਾਹੀ ਕਰਦੇ ਆ ਤੇ ਕਾਫੀ ਸਾਰੀਆਂ ਚੀਜ਼ਾਂ ਸਾਨੂੰ ਉੱਥੋਂ ਮਿਲਦੀਆਂ ਨੇ। ਸੋ ਇਹ ਇੱਕ ਦੱਸਣ ਵਾਸਤੇ ਰੱਖੀਆਂ ਨੇ ਕਿ ਸਾਡੇ ਉਸ ਟਾਈਮ ਦੇ ਭਾਂਡੇ ਕਿੱਦਾਂ ਦੇ ਹੁੰਦੇ ਸੀ, ਬੱਚਿਆਂ ਦੇ ਖਿਡੌਣੇ ਕਿੱਦਾਂ ਦੇ ਹੁੰਦੇ ਸੀ ਤੇ ਉਹਨਾਂ ਦੇ ਜਿਹੜੇ ਹਥਿਆਰ ਕਿੱਦਾਂ ਦੇ ਸੀ। ਇਹ ਜਿੰਨਾ ਸਮਾਨ ਤੁਸੀਂ ਦੇਖ ਰਹੇ ਹੋ ਇਹ ਸਾਰੇ ਉਸ ਟਾਈਮ ਦੇ ਹਥਿਆਰ ਨੇ। ਇਹ ਹਥਿਆਰ ਆ ਇਹ? ਹਾਂਜੀ, ਇਹਨਾਂ ਨੂੰ ਫੜ ਕੇ ਇਸ ਤਰ੍ਹਾਂ ਮਾਰਨ ਵਾਸਤੇ ਕੰਮ ਆਉਂਦੇ ਸੀਗੇ। ਇਹ ਅਸੀਂ ਨਾ ਸਮਾਜਿਕ ਸਿੱਖਿਆ 'ਚ ਪੜ੍ਹਦੇ ਹੁੰਦੇ ਸੀ 5ਵੀਂ 6ਵੀਂ ਦੇ ਵਿੱਚ ਇੱਦਾਂ ਦੇ ਹਥਿਆਰ ਟਿਕਾਉਣੇ। ਹਾਂਜੀ ਜੀ। ਸੋ ਇਹਦੇ 'ਚ ਆ ਵੀ ਨੇ, ਦੇਖੋ ਤੁਸੀਂ, ਜਦੋਂ ਇਹਨੂੰ ਕੱਚਾ ਸੀਗਾ ਜੀ ਮਿੱਟੀ ਦਾ, ਉਸੇ ਟਾਈਮ ਇੰਪ੍ਰੈਸ਼ਨ ਦਿੱਤੇ ਗਏ। ਇਸ ਤੋਂ ਬਾਅਦ ਇਹਨੂੰ ਬੇਕ ਕੀਤਾ ਗਿਆ। ਉਂਗਲਾਂ ਦੇ ਨਿਸ਼ਾਨ ਨੇ, ਇਹਨੂੰ ਫੜ ਕੇ ਇੱਥੋਂ ਤਾਂ ਕਿ ਜਦੋਂ ਤੁਸੀਂ ਮਾਰੋ ਤੇ ਤੁਹਾਡੇ ਹੱਥ 'ਚੋਂ ਸਲਿੱਪ ਨਾ ਕਰੇ। ਇੱਕ ਸਪੀਡ ਵੀ ਬਣੇ, ਪਕੜ ਵੀ ਬਣੇ, ਗ੍ਰਿਪ ਵੀ ਬਣੇ। ਫਿਰ ਸਾਰੇ ਲੜਦੇ ਸੀ, ਛੋਟੇ ਬੰਦੇ, ਪੂਰੇ ਕਬੀਲੇ ਹੁੰਦੇ ਸੀ ਥੇਹਾਂ ਦੇ ਉੱਤੇ ਜੀ। ਉਹ ਸਾਰਿਆਂ ਵਾਸਤੇ ਅਲੱਗ-ਅਲੱਗ ਸਾਈਜ਼ ਦੇ ਸੀਗੇ, ਜਿੰਨੇ ਬੰਦੇ ਸੀ ਸਾਰੇ ਲੜਾਈਆਂ ਲੜਦੇ ਸੀ। ਆਹ ਕੀ ਚੀਜ਼ ਹੋ ਸਕਦੀ ਹੈ? ਇਹ ਸੁਰਾਹੀਆਂ ਨੇ ਜੀ, ਉਸ ਟਾਈਮ ਦੀਆਂ ਜਿਹੜੀਆਂ ਸੁਰਾਹੀਆਂ ਦੀ ਨੈਕ ਨੇ ਜੀ, ਕਿਉਂਕਿ ਜ਼ਮੀਨ 'ਚ ਦਬਣ ਕਰਕੇ, ਪ੍ਰੈਸ਼ਰ ਕਰਕੇ ਕੋਈ ਚੀਜ਼ ਜਿਹੜੀ ਸਾਬਤ ਹੈ ਬਹੁਤ ਘੱਟ ਮਿਲਦੀਆਂ ਨੇ ਜੀ। ਸੋ ਇਹਦੀ ਨੈਕ ਹੈਗੀ ਉੱਪਰਲੀ। ਇਹ ਅਸੀਂ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਉਸ ਟਾਈਮ ਦੇ ਵਿੱਚ ਕਾਰੀਗਰੀ ਕਿੱਦਾਂ ਦੀ ਸੀ ਜੀ, ਤੇ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਸੁਰਾਹੀਆਂ ਸੀਗੀਆਂ ਜਿਹਦੇ ਉੱਤੇ ਨੈਕ ਬਣੀ। ਇਹ ਸਾਰੀਆਂ ਨੈਕ ਨੇ ਜੀ ਉਹਨਾਂ ਦੀਆਂ। ਆਹ ਸਾਰੀਆਂ ਸੁਰਾਹੀਆਂ ਨੇ ਦਰਸ਼ਕੋ, ਤੁਹਾਨੂੰ ਮੈਂ ਦੇਖ ਰਹੇ ਹੋ ਤੁਸੀਂ ਇਸ ਵਕਤ ਸਕਰੀਨ ਤੇ। ਕਿਸੇ ਦੇ ਆਕਾਰ ਪੱਖੋਂ ਵੱਖਰੀ ਤੇ ਕਲਾ ਤੇ ਸ਼ੈਲੀ ਜੀ। ਔਰ ਇਹ ਗੁਪਤਾ ਪੀਰੀਅਡ ਦੀਆਂ ਨੇ। ਇਹਦੇ ਤੇ ਪੀਰੀਅਡ ਵੀ ਮੈਂਸ਼ਨ ਕੀਤਾ 300 AD ਤੋਂ 647 AD। AD ਦਾ ਮਤਲਬ ਮੈਂ ਦਰਸ਼ਕਾਂ ਨੂੰ ਜਿਹੜਾ ਹੁਣ ਚੱਲ ਰਿਹਾ ਜੀ। ਹਾਂਜੀ, ਐਟ ਪ੍ਰੈਜ਼ੈਂਟ ਐਨੋ ਡੋਮਨੀ ਕਹਿ ਦਿੰਦੇ ਜੀ। ਜੀ ਬਿਲਕੁਲ। ਤੇ ਇਸ ਤੋਂ ਉੱਤੇ ਤੁਸੀਂ ਆਹ ਵਿਖਾਈਆਂ ਸੀ ਇੰਡਸ ਪੀਰੀਅਡ ਹੈ।
ਸਿੰਧੂ ਘਾਟੀ ਸਭਿਅਤਾ, ਨੇੜੇ ਤੇੜੇ ਕਹਿ ਸਕਦੇ ਸੀ। ਹਾਂ ਉਸ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਤੁਸੀਂ ਉੱਪਰ ਚੀਜ਼ਾਂ ਵੇਖ ਸਕਦੇ ਹੋ, ਅਲੱਗ-ਅਲੱਗ ਗੋਲ ਜੇ ਬਣੇ ਨੇ, ਕੋਈ ਤਕੋਣੇ ਨੇ, ਕੋਈ ਅਲੱਗ-ਅਲੱਗ ਕਿਸਮਾਂ ਨੇ ਸਰ। ਹਾਂਜੀ, ਫਿਰ ਇਹਨਾਂ ਦੇ ਵਿੱਚ ਤੁਸੀਂ ਇਹ ਗੋਲੀਆਂ ਬੱਚਿਆਂ ਦੇ ਖੇਡਣ ਦੇ ਟੋਏ ਹੈਗੇ, ਇਹ ਪੂਜਾ ਕਰਨ ਵਾਸਤੇ। ਇਹਦੇ ਤੇ ਦੇਖੋਗੇ ਤੁਸੀਂ 9 ਸੁਰਾਖ ਕੀਤੇ ਹੋਏ। ਹਾਂਜੀ ਸਰ, ਚੱਕ ਕੇ ਦਿਖਾ ਦਿਓ। ਅੱਛਾ, 9 ਸੁਰਾਖ ਨੇ। ਤਾਂ ਇਹਦੇ ਉੱਤੇ ਹਵਨ ਹੁੰਦਾ ਹੋਏਗਾ ਜੀ। ਇਹ ਕੁਸ਼ਾਨ ਪੀਰੀਅਡ ਦਾ ਹੈਗਾ, ਇਹਨੂੰ ਯੂਜ਼ ਕੀਤਾ ਗਿਆ ਕਾਫੀ ਜ਼ਿਆਦਾ। ਦੇਖੋ ਥੱਲੇ ਵੀ ਹੀਟ ਆਈ ਹੋਈ ਇਹਦੇ 'ਚ ਜੀ। ਤਾਂ 9 ਗ੍ਰਹਿ ਜਿਹੜੇ ਹੈਗੇ ਉਹਨਾਂ ਨੂੰ ਦਰਸਾਇਆ ਗਿਆ। ਅੱਛਾ ਜੀ, ਇੱਥੋਂ ਪਤਾ ਲੱਗਦਾ ਵੀ ਅਗਰ ਉਸ ਸਮੇਂ ਗ੍ਰਹਿਾਂ ਦਾ ਗਿਆਨ ਸੀ ਉਹਨਾਂ ਨੂੰ, ਕੋਈ ਟੈਲੀਸਕੋਪ ਨਹੀਂ ਸੀ, ਕੋਈ ਹੋਰ ਨਹੀਂ ਸੀ। ਸਾਡਾ ਸਿਸਟਮ ਹੀ ਸਾਰਾ ਗ੍ਰਹਿਾਂ ਦੇ ਉੱਤੇ ਸੀ। ਤਾਂ ਹੁਣ ਇਹਨਾਂ ਨੇ ਜਦੋਂ ਸਾਡਾ ਕੰਪਿਊਟਰ ਯੁੱਗ ਆ ਗਿਆ ਤੇ ਅਸੀਂ ਉਹਨਾਂ ਨੂੰ ਉਹਦੇ ਵਿੱਚ ਕਨਵਰਟ ਕਰਕੇ ਆਪਣੇ ਹਿਸਾਬ ਨਾਲ ਦੇਖਣ ਲੱਗੇ। ਪਹਿਲਾਂ ਜਿਹੜੇ ਸੀ ਅਸੀਂ ਤਾਰੇ ਦੇਖ ਕੇ ਕਹਿੰਦੇ ਸੀ ਵੀ ਕਿੰਨੇ ਵੱਜ ਗਏ ਜੀ, ਕਿੰਨੇ ਘੰਟੇ ਰਹਿ ਗਏ ਸਵੇਰ ਦਿਨ ਚੜ੍ਹਨ 'ਚ, ਤੇ ਅਸਮਾਨ 'ਚ ਦੇਖ ਕੇ ਲੋਕੀ ਦੱਸਦੇ। ਹਲ ਬਾਪੂ ਹੁਣੀ ਆਈ ਜਿਉਂ ਖੇਤਾਂ ਨੂੰ ਲੈ ਕੇ ਜਾਂਦੇ ਰਹੇ ਤੜਕੇ ਉਮਰ ਤੋਂ ਵੇਲੇ ਉੱਠ ਕੇ, ਹੈ ਨਾ ਜੀ ਸਰ। ਹਾਂਜੀ, ਇੱਕ ਆਹ ਮੂਰਤੀ ਪਈ ਹੈ ਸੋ ਨਿੱਕਾ, ਇਹ ਸਾਰੇ ਫਿਗਰਸ ਨੇ ਜੀ ਉਸ ਟਾਈਮ ਦੀਆਂ, ਕੁਸ਼ਾਨ ਪੀਰੀਅਡ ਦੀਆਂ ਨੇ ਜੀ। ਜਾਂ ਇਹ ਤੁਹਾਡੇ ਬਾਉਲ ਹੈਗੇ ਜੀ, ਜਿਸ ਤਰ੍ਹਾਂ ਇਹ ਬਾਉਲ ਹੈ ਜੀ। ਇੱਕ ਇਹ ਦੇਖੋ, ਇਹ ਨਾਈਫ ਐਜ ਬਾਉਲ ਕਹਿੰਦੇ ਇਹਨੂੰ, ਕੁਸ਼ਾਨ ਪੀਰੀਅਡ ਦੇਖ ਸਕਦੇ ਹਾਂ। ਹਾਂਜੀ, ਇਹ 200 ਤੋਂ 100 BC ਦਾ ਪੀਰੀਅਡ ਹੈਗਾ। ਇਹ ਤਾਂ ਵਿੱਚ ਇਹਦੇ ਮੈਂ ਕੁਝ ਕੋਇਨ ਮੋਲਡ ਹੈਗੇ ਰੱਖੇ ਹੋਏ ਨੇ ਜਿਹੜੇ। ਇਹ ਸਿੱਕੇ ਨੇ ਉਸ ਸਮੇਂ ਦੇ? ਇਹ ਸਿੱਕਿਆਂ ਦੇ ਸਾਂਚੇ ਨੇ ਜੀ, ਮੈਂ ਤੁਹਾਨੂੰ ਦਿਖਾਉਣਾ। ਇਹਦੇ ਨਾਲ ਦੇ ਸਿੱਕੇ ਵੀ ਹੈਗੇ ਜੀ, ਉਹਦੇ ਸਾਂਚੇ ਵੀ ਨੇ। ਇਹ ਮਤਲਬ ਇਹਦੇ ਵਿੱਚ ਪਾ ਕੇ ਸਿੱਕੇ ਦਾ ਕਾਰ ਜੀ, ਯੋਧਾ ਕੋਇਨ ਸੀ ਟ੍ਰਾਈਬਲ, ਇੱਕ ਉਹਨਾਂ ਦੇ ਸਿੱਕੇ 'ਚ ਬਣਦੇ ਸੀਗੇ। ਦੇਖੋ ਵੀ ਦਰਸ਼ਕੋ, ਇਸ ਕਿਸਮ ਦੇ ਸਿੱਕੇ ਇਸ ਸਾਂਚਿਆਂ 'ਚ ਪਾ ਕੇ ਸਿੱਕੇ ਬਣਦੇ ਸੀ ਉਸ ਸਮੇਂ। ਮੈਂ ਤੁਹਾਨੂੰ ਇਹਦੀ ਕੰਪਲੀਟ ਡਾਈ ਵੀ ਦਿਖਾਉਣਾ ਇਸ ਤੋਂ ਬਾਅਦ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸੁਨੇਤ ਪਿੰਡ ਹੈ ਲੁਧਿਆਣੇ ਕੋਲੇ। ਕਿਹੜਾ ਪਿੰਡ ਜੀ? ਸੁਨੇਤ ਜੀ। ਹਾਂ, ਅੱਜ ਕੱਲ੍ਹ ਉੱਥੇ ਰਿਹਾਇਸ਼ੀ ਏਰੀਆ ਬਣ ਗਏ। ਉਹ ਪ੍ਰੋਟੈਕਟਡ ਸਾਈਟ ਹੈਗੀ ਜਿੱਥੇ ਇਹਨਾਂ ਦੀ ਢਲਾਈ ਹੁੰਦੀ ਸੀ ਸਿੱਕਿਆਂ ਦੀ ਜੀ, ਬਿਲਕੁਲ। ਤੇ ਇਹ ਕਾਫੀ ਇੱਕ ਸਵਾਲ ਇੱਥੇ ਦਰਸ਼ਕਾਂ ਦੇ ਮਨ 'ਚ ਸਰ ਹੋਰ ਆਉਂਦਾ ਹੋਊਗਾ ਵੀ ਇੰਨਾ ਸਮਾਨ ਤੁਸੀਂ ਇਕੱਠਾ ਕੀਤਾ, ਇਹਦੀ ਪ੍ਰਮਾਣਿਕਤਾ ਕੀ ਸੀ? ਕੋਈ ਹਨਾ ਵੀ ਹੁੰਦਾ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਇਹ ਉਸੇ ਸਮੇਂ ਦਾ ਵਾ? ਦੇਖੋ, ਇੱਕ ਤਾਂ ਡਿਪੈਂਡ ਕਰਦਾ ਕਿ ਕਿਹੜੀ ਸਾਈਟ ਤੋਂ ਤੁਹਾਨੂੰ ਸਮਾਨ ਮਿਲ ਰਿਹਾ। ਤੁਹਾਨੂੰ ਹਿਸਟਰੀ ਦੀ ਨੌਲੇਜ ਰੱਖਣੀ ਬਹੁਤ ਜ਼ਰੂਰੀ ਹੈ। ਉਸ ਸਾਈਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੀ ਕਿਹੜੀ ਸਿਵਲਾਈਜੇਸ਼ਨ ਉੱਥੇ ਰਹੀ ਹੈ ਜੀ। ਫਿਰ ਅੱਜ ਕੱਲ੍ਹ ਤੇ ਇੰਟਰਨੈਟ ਦਾ ਜ਼ਮਾਨਾ ਹੈ, ਗੂਗਲ ਹੈ। ਤੁਸੀਂ ਗੂਗਲ ਦੇ ਉੱਤੇ ਕੋਈ ਵੀ ਚੀਜ਼ ਭਰਦੇ ਹੋ, ਤੁਹਾਨੂੰ ਇਹ 10 ਸਵਾਲ, ਇੱਕ ਸਵਾਲ ਕਰਦੇ 10 ਜਵਾਬ ਮਿਲ ਜਾਂਦੇ ਨੇ ਜੀ। ਫਿਰ ਸੁਸਾਇਟੀਜ਼ ਹੈਗੀਆਂ, ਜਿੱਦਾਂ ਕੋਇਨਸ ਦੇ ਉੱਤੇ ਸਾਡੇ ਨਿਊਮਿਸਮੈਟਿਕ ਸੁਸਾਇਟੀਜ਼ ਹੈਗੀਆਂ, ਉਹਨਾਂ ਤੋਂ ਸਾਨੂੰ ਬਹੁਤ ਹੈਲਪ ਮਿਲਦੀ ਹੈ। ਅਸੀਂ ਉੱਥੇ ਜਾਂਦੇ ਹਾਂ, ਉਹਨਾਂ ਦੀ ਮੀਟਿੰਗਸ ਦੇ ਵਿੱਚ ਜਾਂਦੇ ਹਾਂ, ਡਿਫਰੈਂਟ ਕੋਇਨ ਮਿਲਦੀਆਂ, ਚੀਜ਼ਾਂ ਮਿਲਦੀਆਂ, ਉਹ ਸਾਨੂੰ ਕਾਫੀ ਜਾਣਕਾਰੀ ਦਿੰਦੇ ਨੇ ਜੀ। ਇਸ ਤਰ੍ਹਾਂ ਹਰ ਸਬਜੈਕਟ ਦੇ ਉੱਤੇ ਗੂਗਲ ਦੇ ਉੱਤੇ ਜਾਂ ਇੰਟਰਨੈਟ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਗਰੁੱਪਸ ਬਣੇ ਹੋਏ ਨੇ ਜੀ, ਜਿਹੜੇ ਸਿਰਫ ਰਿਸਰਚ ਗਰੁੱਪ ਨੇ ਜੀ, ਤੁਹਾਡੀ ਹੈਲਪ ਕਰਨ ਵਾਸਤੇ ਬਣੇ ਹੋਏ ਨੇ। ਇੱਕ ਤਜਰਬਾ ਵੀ ਆ ਜਾਂਦਾ ਸਮਾਂ ਪਾ ਕੇ। ਫਿਰ ਉਹ ਟਾਈਮ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਥੋੜਾ ਪਹਿਚਾਣ ਵੀ ਹੋ ਜਾਂਦੀ ਹੈ ਉਸ ਚੀਜ਼ ਦੀ ਜੀ ਜੀ। ਸਰ ਆਹ ਇਹ ਹੈਗੀ ਮਿੱਟੀ ਦੀ ਟਿੰਡ ਹੈ ਜੀ, ਖੂਹ ਚੋਂ ਪਾਣੀ ਕੱਢਣ ਵਾਲੀ। ਅੱਛਾ, ਮਿੱਟੀ ਦੀ ਟਿੰਡ ਹੈਗੀ ਜੀ ਜੀ। ਇਹ ਗੋਬਲੇਟ ਹੈ, ਦੇਖੋ ਪਾਣੀ ਪੀਣ ਲਈ। ਜਿਸ ਤਰ੍ਹਾਂ ਇੱਕ ਉੱਪਰ ਵੀ ਪਿਆ ਹੈਗਾ ਜੀ। ਅੱਜ ਕੱਲ੍ਹ ਅਸੀਂ ਥਰਮਸ ਜਾਂ ਬੋਟਲ 'ਚ ਪਾਣੀ ਲੈ ਕੇ ਜਾਂਦੇ ਹਾਂ, ਉਸ ਟਾਈਮ ਇਹਦੇ ਮਿੱਟੀ ਦੇ ਭਾਂਡੇ ਹੀ ਲੈ ਕੇ ਜਾਂਦੇ ਸੀ। ਇਹ ਠੰਡਾ ਰਹਿੰਦਾ ਸੀ ਪਾਣੀ, ਇਹ 'ਚ ਠੰਡਾ ਰਹਿੰਦਾ ਜੀ। ਤੇ ਆਹ ਲਿਖਿਆ ਤੁਹਾਡਾ ਮਦਰ ਗੋਡਨੈਸ, ਦੇਵੀ ਦੇਵਤਿਆਂ ਦੀਆਂ ਮਦਰ ਗੋਡੈਸ ਹੈਗੀਆਂ, ਉਹਨਾਂ ਦੇ ਫਿਗਰਸ ਹੈਗੀਆਂ ਜੀ ਬਣੀਆਂ। ਦੇਖੋ ਆ ਦਰਸ਼ਕੋ ਦੇਖ ਸਕਦੇ, ਮਤਲਬ ਉਸ ਸਮੇਂ ਜਿੰਨੀਆਂ ਵੀ ਆਫਤਾਂ ਆਉਂਦੀਆਂ ਸੀ ਉਸੇ ਆਧਾਰ ਤੇ ਉਹਨਾਂ ਨੇ ਆਪਦੇ ਦੇਵੀ ਦੇਵਤੇ ਚੁਣੇ ਸੀ, ਹੈ ਨਾ। ਅੱਗੇ ਤੁਸੀਂ ਦੇਖ ਰਹੇ ਹੋ, ਇਹਦੇ ਨਾਲ ਦੁਰਗਾ ਦਾ ਮੋਲਡ ਹੈ, ਕੁਸ਼ਾਨ ਪੀਰੀਅਡ ਦਾ। ਇਹ ਦੇਖੋ ਬਹੁਤ ਰੇਅਰ ਪੇਂਟਿੰਗ। ਔਰ ਇਹਨੂੰ ਜਦੋਂ ਅਸੀਂ ਇਹਦਾ ਪੋਜ਼ਿਟਿਵ ਕੱਢਦੇ ਆ ਜਾਂ ਇਹਨੂੰ ਆਪੋਜ਼ਿਟ ਸਾਈਡ ਤੋਂ ਸ਼ੀਸ਼ੇ 'ਚ ਦੇਖਦੇ ਹਾਂ ਤਾਂ ਬਿਲਕੁਲ ਇਹਦੇ ਗਹਿਣੇ ਪਾਏ ਹੋਏ ਨੇ, ਕੰਨਾਂ ਦੇ ਵਿੱਚ ਵੀ ਕੁੰਡਲ ਪਾਏ ਨੇ, ਗਲੇ 'ਚ ਹਾਰ ਪਾਇਆ ਹੈ ਜੀ, ਸਾਰੇ ਗਹਿਣੇ ਦਿਖਦੇ ਨੇ। ਕੰਪਲੀਟ ਇਮੇਜ ਹੈ, ਬਿਲਕੁਲ ਦੁਰਗਾ ਜੀ ਦੀ ਕਹਿ ਸਕਦੇ ਹਾਂ ਕਿ ਸਭ ਤੋਂ ਪੁਰਾਣੀ ਆਕਰਤੀ ਹੈ ਜੀ ਜੀ। ਜਿਸ ਤਰ੍ਹਾਂ ਅਸੀਂ ਇਹ ਦੇਖ ਰਹੇ ਹਾਂ ਗਣੇਸ਼ ਜੀ ਦੀ ਹੈਗੀ। ਅੱਛਾ, ਗਣੇਸ਼ ਜੀ ਨੇ, ਗਣੇਸ਼ ਜੀ ਇਹ ਵੀ ਕੁਸ਼ਾਨ ਟਾਈਮ ਪੀਰੀਅਡ ਕੀ ਹੈ? ਕੁਸ਼ਾਨ 2000 ਸਾਲ, ਫਸਟ ਸੈਂਚੁਰੀ AD। 2000 ਸਾਲ ਪੁਰਾਣੀ ਤੁਸੀਂ ਗਣੇਸ਼ ਦੀ ਤਸਵੀਰ ਆਪ ਦੇਖ ਸਕਦੇ ਹੋ, ਇੱਕ ਮੂਰਤੀ ਦੇਖ ਸਕਦੇ ਹੋ। ਇਹ ਡਾਈ ਆ, ਇਹ ਨੈਗੇਟਿਵ ਹੈ, ਇਹਦੇ ਚੋਂ ਅਸੀਂ ਪੋਜ਼ਿਟਿਵ ਕੱਢਦੇ ਹਾਂ। ਮਤਲਬ ਇਹ 'ਚ ਭਰ ਕੇ ਉਹ ਪੋਜ਼ਿਟਿਵ ਬਾਹਰ ਆਉਂਦਾ ਜੀ ਜੀ। ਬਿਲਕੁਲ ਸਹੀ ਹੈ। ਬਹੁਤ ਪੁਰਾਣਾ ਖਜ਼ਾਨਾ ਤੁਹਾਡੇ ਕੋਲ ਰੱਖਿਆ ਹੋਇਆ। ਸਰ ਕਿੱਥੋਂ ਲਿਆ ਫਿਰ ਤੁਸੀਂ ਇਹ? ਸਾਡੇ ਥੇਹਾਂ ਤੋਂ ਤੇ ਮਿਲੇ ਨਹੀਂ ਜੀ ਪਿੰਡਾਂ 'ਚੋਂ। ਤੇ ਤੁਹਾਡੇ ਸਰ ਤੋਰਾ ਫੇਰਾ ਹੀ ਬਹੁਤ ਰਿਹਾ ਹੋਊਗਾ ਵੀ ਕਿਤੋਂ ਲੱਭਣਾ। ਐਕਚੁਅਲੀ ਜੀ ਹੁਣ ਤਾਂ ਥੋੜਾ ਟਾਈਮ ਘੱਟ ਹੈ ਸਾਡੇ ਕੋਲੇ, ਤੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, 40 ਇਅਰਸ ਦੇ ਲਗਭਗ ਹੋ ਗਏ, ਤੇ ਹੁਣ ਉਹ ਜਗ੍ਹਾ ਨਹੀਂ ਹੈ ਰੱਖਣ ਨੂੰ ਮੇਰੇ ਕੋਲੇ, ਰੁਝੇਵੇਂ ਜ਼ਿਆਦਾ ਹੋ ਗਏ। ਪਹਿਲਾਂ ਟਾਈਮ ਵੀ ਸੀਗਾ ਤੇ ਸ਼ੌਕ ਬਹੁਤ ਸੀਗਾ, ਜਿੱਥੇ ਕਿਤੇ ਪਤਾ ਲੱਗਦਾ ਸੀ ਕੋਈ ਚੀਜ਼ ਮਿਲਦੀ ਹੈ ਤੇ ਮੋਟਰਸਾਈਕਲ ਲੈ ਕੇ ਉੱਥੇ ਪਹੁੰਚ ਜਾਂਦੇ ਸੀਗੇ ਜੀ। ਮੈਨੂੰ ਉਹ ਲੱਗਦਾ ਵੀ ਸ਼ਾਇਦ ਮੈਂ ਸਹੀ ਤਸਵੀਰ ਦੇ ਪਾਵਾਂ ਵੀ ਇੱਕ ਜਿਵੇਂ ਧਾਰਮਿਕ ਸਥਾਨ 'ਚ ਨਹੀਂ, ਜਿਵੇਂ ਆਪਾਂ ਪੂਜਾ ਕਰਨ ਦੇ ਲਈ ਇੱਕ ਸਾਰੀ ਚੀਜ਼ ਨੂੰ ਸਾਫ਼ ਸੁਥਰਾ ਕੰਮ ਰੱਖਦੇ ਹਾਂ, ਪਵਿੱਤਰ ਬਣਾ ਕੇ ਰੱਖਦੇ ਹਾਂ, ਉਸੇ ਤਰੀਕੇ ਨਾਲ ਹੀ ਸਰ ਨੇ ਇਸ ਮਿਊਜ਼ੀਅਮ ਨੂੰ ਬਹੁਤ ਪਵਿੱਤਰ ਤੇ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ। ਮਤਲਬ ਉਹਦੀ ਸ਼ਰਧਾ ਭਾਵਨਾ ਦਾ ਵੀ ਸਰ ਤੁਸੀਂ ਖਿਆਲ ਰੱਖਿਆ। ਪ੍ਰੈਜੈਂਟੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਜੀ,
ਲੋਕਾਂ ਲਈ ਮਿੱਟੀ ਦੇ ਭਾਂਡੇ ਨੇ ਇਹ, ਤੇ ਇਹਦੇ ਉੱਤੇ ਰੁਲਦੇ ਫਿਰਦੇ ਨੇ। ਅੱਜ ਕੱਲ ਲੋਕੀ ਭਰਤ ਪਾਉਂਦੇ ਨੇ ਜ਼ਮੀਨਾਂ 'ਚ ਤੇ ਭਾਂਡੇ ਵੀ ਨਾਲ ਹੀ ਤੋੜ ਕੇ ਵਿੱਚ ਪਾਉਂਦੇ ਨੇ ਜੀ। ਪਰ ਮੇਰੇ ਲਈ ਇਹ ਮੇਰਾ ਪੈਸ਼ਨ ਹੈ। ਸੋ ਜਦੋਂ ਤੁਸੀਂ ਇਹਨੂੰ ਡਿਸਪਲੇ ਪ੍ਰੋਪਰ ਕਰਦੇ ਹੋ ਤਾਂ ਉਹ ਫਿਰ ਤੁਹਾਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਜ਼ਿਆਦਾ ਅੱਛਾ ਲੱਗਦਾ ਦੇਖਣ ਨੂੰ, ਸਚਿਆਰਾਪਣ ਲੱਗਦਾ ਜੀ। ਬਿਲਕੁਲ ਜੀ। ਤੇ ਇੱਧਰਲੇ ਪਾਸੇ ਸਰ ਆਈਏ, ਇਹ ਤੁਹਾਡੇ ਪਿੱਛੇ ਨਾਲ ਅਸੀਂ ਦੇਖ ਰਹੇ ਹਾਂ ਕੁਝ ਮਿੱਟੀ ਦੇ ਬੀਡਸ ਹੈਗੇ ਜੀ। ਇਹ ਵੀ ਜਿਊਲਰੀ ਦਾ ਪਾਰਟ ਹੈ। ਇਹ ਵੀ ਸਾਰੇ ਫਸਟ ਇਹ ਗਹਿਣੇ ਨੇ? ਹਾਂਜੀ ਗਹਿਣੇ, ਗਲ 'ਚ ਹਾਰ ਪਾਉਂਦੇ ਜਿਵੇਂ ਮਾਲਾ ਬਣ ਕੇ ਬਣਾ ਕੇ ਰੱਖੀ ਇੱਕ ਦਿਖਾਉਣ ਲਈ। ਜਿਸ ਤਰ੍ਹਾਂ ਆਹ ਪਏ ਨੇ ਦੇਖੋ ਜੀ, ਇਹ ਬੀਡਸ ਪਏ ਨੇ, ਇਹਦੇ ਉੱਤੇ ਕੰਮ ਵੀ ਕੀਤਾ ਹੋਇਆ। ਟੈਰਾਕੋਟਾ ਦਾ ਕੀ ਮਤਲਬ ਹੁੰਦਾ ਪੰਜਾਬੀ 'ਚ? ਜਿਹੜਾ ਮਿੱਟੀ ਦਾ ਜਿਹੜਾ ਅਸੀਂ ਬੇਕ ਕਰਦੇ ਹਾਂ ਜਿਹਨੂੰ ਟੈਰਾਕੋਟਾ। ਓਕੇ ਮੈਨੂੰ ਇਹਦਾ ਮਤਲਬ ਨਹੀਂ ਸੀ ਪਤਾ। ਟੈਰਾਕੋਟਾ ਮਿੱਟੀ ਦੇ ਹੋ ਗਏ, ਮਤਲਬ ਗਹਿਣੇ ਕਹਿ ਸਕਦੇ ਉਹਨਾਂ ਦੀਆਂ ਨਾ, ਤਸਬੀਹਾਂ, ਰਾਣੀ ਹਾਰ ਵਰਗੇ ਚੀਜ਼ਾਂ ਨੇ। ਤੇ ਉਸ ਤੋਂ ਬਾਅਦ ਸਰ ਆਹ ਇਹ ਦੇਖੋ, ਇਹ ਅੱਜ ਕੱਲ ਵੀ ਮਿਲਦੇ ਨੇ। ਇਹ ਆਪਾਂ ਇਹਨੂੰ ਆਪਣੇ ਪਿੰਡਾਂ 'ਚ ਤਾਂ ਝਾਵੇਂ ਕਹਿੰਦੇ ਨੇ, ਹੱਡੀਆਂ ਰਗੜਨ ਵਾਲੇ ਜੀ। ਤਾਂ ਇਹ ਵੀ ਕੁਸ਼ਾਣ ਪੀਰੀਅਡ ਦੇ ਨੇ। ਦੇਖੋ ਆ ਝਾਵਾਂ ਵਾ, ਕੁਸ਼ਾਣ ਪੀੜ 2000 ਸਾਲ ਪੁਰਾਣਾ ਕਹਿ ਸਕਦੇ ਆ ਜੀ। ਤੇ ਮੈਲ ਮੂਲ ਲਾਉਣ ਨੂੰ ਆਏ ਨਦੀਆਂ ਦੇ ਕਿਨਾਰੇ ਬੈਠ ਕੇ ਅੱਡੀਆਂ ਕੂਚਦੀਆਂ ਹੋਣਗੀਆਂ ਹਨਾ, ਤੇ ਫਿਰ ਉਦੋਂ ਬਾਅਦ ਕੂਚ ਕੇ ਇਹ ਜਿਹੇ ਗਹਿਣੇ ਪਾਉਂਦੀਆਂ ਸੀ। ਬਿਲਕੁਲ ਕਮਾਲ ਦੀ ਗੱਲ ਹੁਣ, ਕਿਉਂਕਿ ਸਾਨੂੰ ਤਾਂ ਪਤਾ ਕਿੱਥੋਂ ਮਿਲੇ ਨੇ, ਕਿਹੜੀ ਸਾਈਡ ਤੋਂ ਮਿਲੇ ਜੀ, ਪਰ ਜਿਹੜੇ ਦਰਸ਼ਕ ਨੇ ਉਹਨਾਂ 'ਚ ਹੋ ਸਕਦਾ ਕੁਝ ਲੋਕ ਸੋਚਦੇ ਹੋਣ ਕਿ ਇਹ ਤਾਂ ਨਵੀਂ ਇੱਥੇ ਰੱਖ ਲੈਣਾ ਨੇ, ਕਿਉਂਕਿ ਰੈਪਲੀਕਾ ਹਰ ਚੀਜ਼ ਦਾ ਹੈਗਾ, ਅੱਜ ਕੱਲ ਮਿਲਦਾ। ਬਿਲਕੁਲ ਮਿਲ ਜਾਂਦਾ, ਜਾਲੀ ਤਾਂ ਪਹਿਲਾਂ ਮਿਲਦਾ। ਇਨਸਾਨ ਦੇ ਕਲੋਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਨਕਲੀ ਇਨਸਾਨ ਵੀ ਪੈਦਾ ਹੋ ਜਾਣਗੇ। ਬਿਲਕੁਲ ਜੀ। ਸਰ ਅੱਗੇ ਪਾਸੇ ਆ ਜੀ, ਆਹ ਉੱਤੇ ਸ਼ੰਖ ਜੇ ਪਏ ਆ। ਇਹ ਸ਼ੰਖ ਨੇ ਮੇਰੇ ਕੋਲ, ਕਿਉਂਕਿ ਕਾਫੀ ਸਾਰੀ ਕਲੈਕਸ਼ਨ ਹੈ ਸ਼ੰਖ। ਉਧਰ ਤੁਸੀਂ ਦੇਖੋਗੇ ਪਰਲੇ ਪਾਸੇ ਜੀ। ਸੋ ਸਾਰੇ ਮੈਂ ਕੋਸ਼ਿਸ਼ ਕੀਤੀ ਹੈ ਡਿਫਰੈਂਟ ਥੋੜੇ ਜਿਹੇ ਕਲੈਕਟ ਕਰਨ ਦੀ। ਇਹ ਭਾਂਡੇ ਸਰ ਇਹ ਕਿਹੜੀ ਸਮੇਂ ਦੇ ਨੇ? ਨਿੱਕੇ ਨਿੱਕੀਆਂ ਬਲਟੋਈਆਂ? ਐਕਚੁਅਲੀ ਇਹ ਬਲਟੋਈਆਂ ਨਹੀਂ ਹਨ, ਇਹ ਲਲਾਰੀਆਂ ਕੋਲ ਹੁੰਦੇ ਸੀ, ਕਲਰ ਇਹ 'ਚ ਮਿਕਸ ਕਰਦੇ ਹੁੰਦੇ ਸੀ ਜੀ ਉਹ। ਅੱਛਾ, ਲਲਾਰੀਆਂ, ਹਾਂਜੀ, ਰੰਗ ਘੋਲਦੇ ਸੀ ਉਹਨਾਂ ਦੇ ਨੇ। ਬਿਲਕੁਲ, ਕਿਉਂਕਿ ਸਾਰੇ ਇਹ ਭਾਂਡਿਆਂ ਵਾਲੇ ਤੋਂ ਠਠਿਆਰਾਂ ਤੋਂ ਇਕੱਠੇ ਕੀਤੇ ਨੇ ਸੀ, ਜਿੱਥੇ ਗਲਾਈ ਹੁੰਦੀ ਹੈ ਭਾਂਡਿਆਂ ਦੀ ਜੀ। ਜਿਵੇਂ ਤੁਹਾਡੇ ਬਟਾਲੇ ਆ, ਇੱਥੇ ਅੰਮ੍ਰਿਤਸਰ ਦੇ ਜੰਡਿਆਲਾ। ਬਟਾਲੇ 'ਚ ਤਾਂ ਪੂਰੀ ਕਲੋਨੀ ਹੀ ਹੁੰਦੀ ਸੀ ਉਹਨਾਂ ਦੀ ਠਠਿਆਰਿਆਂ ਦੀ। ਹਾਂਜੀ, ਜੰਡਿਆਲੇ ਵੀ ਹੈਗੀ, ਬਹੁਤ ਵੱਡੀ ਹੈ ਪੂਰਾ। ਜੰਡਿਆਲੇ ਦੇ ਵਿੱਚ ਕਾਫੀ ਜ਼ਿਆਦਾ ਲੋਕੀ ਕੰਮ ਕਰਦੇ ਆ। ਅੱਜ ਕੱਲ੍ਹ ਲੋਕਾਂ 'ਚ ਅਵੇਅਰਨੈਸ ਹੋ ਗਈ, ਲੋਕ ਇਹ ਚੀਜ਼ਾਂ ਸੰਭਾਲਣ ਲੱਗੇ ਘਰਾਂ ਦੇ ਵਿੱਚ ਆਪਣੇ, ਤੇ ਹੁਣ ਇਹ ਚੀਜ਼ਾਂ ਘਟ ਜਾਂਦੀਆਂ ਉੱਥੇ। ਤੇ ਇੱਕ ਉੱਤੇ ਆ ਤੁਹਾਡੇ ਆ ਸਾਰੇ ਪਿੱਤਲ ਦੇ ਭਾਂਡੇ, ਇਹ ਸਾਰੇ ਟ੍ਰੈਡੀਸ਼ਨਲ ਬਰਤਨ ਜਿਹੜੇ ਘਰਾਂ 'ਚ ਆਪਾਂ ਯੂਜ਼ ਕਰਦੇ ਸੀ। ਡੋਲੂ, ਡੋਲਣੇ, ਕੁਝ ਬਰਤਨ ਇਹਨਾਂ 'ਚੋਂ ਨੇ ਜਿਹੜੇ ਸਾਡੇ ਆਪਣੇ ਘਰ ਅਸੀਂ ਯੂਜ਼ ਕਰਦੇ ਰਹੇ ਹਾਂ। ਟਿਫਨ ਪਿਆ ਜੀ, ਇਹ ਤਾਂ ਅਸੀਂ ਆਪ ਵੀ ਵਰਤਦੇ ਰਹੇ ਹਾਂ ਘਰਾਂ 'ਚ। ਅਸਲ ਦੇ ਵਿੱਚ ਨਾ ਪਿੱਤਲ ਘਰੋਂ ਕੱਢੇ ਇਸ ਕਰਕੇ ਸਫਾਈ ਵੱਧ ਕਰਨੀ ਪੈਂਦੀ ਕਰਕੇ ਹੈ ਨਾ ਸ਼ਾਇਦ। ਛੋਟੀ ਉਮਰੇ ਅਸੀਂ ਵੀ ਜਾ ਕੇ ਘਰਦਿਆਂ ਦੇ ਨਾਲ ਦੀਵਾਲੀ ਤੇ ਭਾਂਡੇ ਵੇਚ ਕੇ ਆਉਂਦੇ ਰਹੇ ਹਾਂ। ਫਿਰ ਉਹਨੂੰ ਤੋੜ ਕੇ ਦੇਣਾ, ਭਾਂਡਿਆਂ ਨੂੰ ਕੈਂ ਦੇ ਭਾਂਡੇ ਹੁੰਦੇ ਸੀਗੇ ਕਾਂਸੇ, ਉਹਨੂੰ ਤੋੜ ਕੇ ਵੇਚ ਕੇ ਆਉਣਾ ਕਿ ਇਹਨੂੰ ਸਾਬਤ ਨਹੀਂ ਦੇਣਾ ਜੀ। ਫਿਰ ਹੁਣ ਸਾਰੇ ਵਾਪਸ ਇਕੱਠੇ ਕੀਤੇ। ਸਮਝ ਆਈ ਕਿ ਨਹੀਂ, ਇਹ ਵੇਚਣ ਵਾਲੀ ਚੀਜ਼ ਨਹੀਂ, ਇਹਨੂੰ ਸੰਭਾਲਣ ਵਾਲੀ ਚੀਜ਼ ਹੈ। ਬਿਲਕੁਲ ਲੱਸੀ ਦੇ ਨਾਲ ਸਾਫ਼ ਹੁੰਦੇ ਸੀ ਇਹ। ਹਾਂਜੀ ਹਾਂਜੀ ਸਰ। ਇਹ ਦੇਖੋ, ਇਹ ਵੀ ਅਸੀਂ ਬਟਾਲੇ ਗਏ ਸੀ, ਫੋਲਡਿੰਗ ਗਲਾਸ ਸਾਨੂੰ ਉੱਥੋਂ ਮਿਲਿਆ। ਅੱਜ ਕੱਲ ਘੱਟ ਮਿਲਦੇ ਨੇ, ਕੁਝ ਸਾਡੇ ਦੋਸਤ ਮਿੱਤਰ ਬਹੁਤ ਨੇ ਜਿਨ੍ਹਾਂ ਕੋਲ ਇਹ ਕਲੈਕਸ਼ਨ ਕੀਤੀ ਹੋਈ ਹੈ। ਅੱਛਾ ਸਰ, ਦੁਬਾਰੇ ਖੋਲਿਓ ਜੀ, ਹਰਨੀ ਦੂਰ ਚੰਗੀ ਤਰ੍ਹਾਂ ਦਿਖਾਈ ਬਈ। ਆਹ ਦਰਸ਼ਕੋ ਗਲਾਸ ਆ ਤੇ ਫੋਲਡ ਇਕੱਠਾ ਹੋ ਜਾਂਦਾ ਜੀ, ਕਰਿਓ ਜੀ। ਐਕਚੁਅਲੀ ਇਹ ਸੀਗਾ ਟਰੈਵਲਿੰਗ ਵਾਸਤੇ ਸੀਗਾ ਕਿ ਤੁਸੀਂ ਇਹਨੂੰ ਇਕੱਠਾ ਕਰਕੇ ਜੇਬ 'ਚ ਪਾ ਕੇ ਲੈ ਜਾਓ। ਤੇ ਲੈ ਵੀ ਆਹ ਗਲਾਸ ਦਰਸ਼ਕੋ ਮੈਂ ਦਿਖਾਣਾ ਤੁਹਾਨੂੰ। ਆਹ ਤਾਂ ਬਣ ਗਿਆ ਗਲਾਸ। ਹੁਣ ਭਾਵੇਂ ਇਹਦੇ ਵਿੱਚ ਤੁਸੀਂ ਨਿੰਬੂ ਜਾਂ ਟੰਗ ਕੇ ਜਿਵੇਂ ਹੋਟਲਾਂ 'ਚ ਪਿਉਂਦੇ ਹੁੰਦੇ ਉਵੇਂ ਪੀ ਸਕਦੇ ਹੋ। ਉਸ ਤੋਂ ਬਾਅਦ ਇਹਨੂੰ ਇਕੱਠਾ ਕਰਕੇ ਭਾਵੇਂ ਆ ਜੇਬ 'ਚ ਪਾ ਲਓ। ਲੈ ਆ ਪੈ ਗਿਆ। ਲੈ ਇਹ ਹੁਣ ਕਈਆਂ ਦੇ ਮਨ 'ਚ ਖਿਆਲ ਆਉਂਦਾ ਹੋਊਗਾ ਪੈਗ ਪੁਗ ਲਾਉਣ ਵਾਲਿਆਂ ਦੇ ਵੀ ਇਹ ਜਾ ਹੋਵੇ ਵੀ ਜਦੋਂ ਜੀ ਕਰਦਾ ਉੱਥੇ ਇਕੱਠਾ ਕਰਕੇ ਬਹਿ ਗਏ। ਕਿਉਂ ਸਰ? ਦੇਖੋ, ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ। ਹੁਣ ਜਿਹੜੇ ਬੰਦੇ ਇਹ ਸੋਚਦੇ ਨੇ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਬਣਿਆ ਪਾਣੀ ਪੀਣ ਵਾਸਤੇ ਸੀਗਾ, ਸ਼ਰਾਬ ਲਈ ਨਹੀਂ ਸੀ ਗਲਾਸ। ਇੱਕ ਉਹ ਚੀਜ਼ ਹੈ ਕਿ ਜਦੋਂ ਸਾਡੇ ਕੋਲੇ ਸੀਮਤ ਸਾਧਨ ਸੀ, ਚੀਜ਼ਾਂ ਅਸੀਂ ਜ਼ਿਆਦਾ ਨਹੀਂ ਲਿਜਾਣੀਆਂ ਚਾਹੁੰਦੇ ਨਾਲ ਜੀ, ਤਾਂ ਉਹ ਇਹ ਚੀਜ਼ਾਂ ਤਾਂ ਬਣਾਈਆਂ ਗਈਆਂ ਸੀ। ਅੱਜ ਕੱਲ੍ਹ ਇਹਦਾ ਰੈਪਲੀਕਾ ਵੀ ਬਣ ਗਿਆ, ਟੱਪਰਵੇਅਰ ਨੇ ਪਲਾਸਟਿਕ ਦੇ ਵਿੱਚ ਬਣਾਏ ਨੇ ਗਲਾਸ। ਜੀ ਜੀ ਬਿਲਕੁਲ, ਬੜੀ ਕਮਾਲ ਦੀ ਚੀਜ਼ ਲੱਗੀ ਹੈ। ਪਤਾ ਨਹੀਂ ਕਿਸ ਤਰੀਕੇ ਨਾਲ ਬਣਾਇਆ ਹੋਊਗਾ। ਪਾਣੀ ਪਾਈਏ ਤਾਂ ਚੁੰਦਾ ਤਾਂ ਨਹੀਂ ਸੀ? ਬਿਲਕੁਲ ਨਹੀਂ ਲੀਕ ਕਰਦਾ ਜੀ, ਲੀਕ ਜਮਾ ਨਹੀਂ ਕਰਦਾ? ਬਿਲਕੁਲ ਨਹੀਂ ਕਰਦਾ, ਟੈਸਟ ਕੀਤਾ ਹੋਇਆ। ਅੱਛਾ, ਜਮਾ ਦਰਸ਼ਕੋ ਲੀਕ ਨਹੀਂ ਕਰਦਾ, ਪਾਣੀ ਪਾ ਲਓ ਤੇ ਬਹੁਤ ਸੋਹਣਾ ਸਾਰੇ। ਮੈਂ ਆਪਣੀ ਐਗਜ਼ੀਬਿਸ਼ਨਸ ਜਦੋਂ ਲਗਾਉਂਦਾ ਸੀ ਕੋਇਨਸ ਦੀਆਂ ਕਿਸੇ ਟਾਈਮ, ਅੱਜ ਕੱਲ੍ਹ ਤਾਂ ਨਹੀਂ ਮੇਰੇ ਕੋਲ ਟਾਈਮ ਇੰਨਾ ਜੀ, ਮੈਂ ਉੱਥੇ ਰੱਖਦਾ ਹੁੰਦਾ ਸੀ ਇਹਨੂੰ ਜੀ। ਜਦੋਂ ਕਿਸੇ 5-10 ਬੰਦੇ ਨੇ ਆ ਜਾਣਾ ਤੇ ਮੈਂ ਇਹ 'ਚ ਪਾਣੀ ਪਾ ਕੇ ਪੀ ਕੇ ਮੈਂ ਇਕੱਠਾ ਕਰਕੇ ਧਰ ਦਿੰਦਾ, ਉਹਨੂੰ ਪੀ ਲੈਣਾ ਪਾਣੀ। ਬੜੀ ਕਿਉਰਿਓਸਿਟੀ ਹੁੰਦੀ ਸੀ ਲੋਕਾਂ 'ਚ ਕਿ ਸਰ ਦੁਬਾਰਾ ਕਰਕੇ ਦਿਖਾਇਓ। ਇਹ ਵਾਕਈ ਇੱਕ ਸਰ ਆਪ ਹੈ ਤੁਹਾਡੇ ਕੋਲ? ਇਹ ਵੀ? ਹਾਂਜੀ, ਇਹ ਵੀ ਫੋਲਡਿੰਗ ਗਲਾਸ ਹੈ ਜੀ। ਆਹ ਵੀ ਫੋਲਡਿੰਗ ਗਲਾਸ ਆ, ਦੇਖੋ ਤਾਂ ਇਹ ਵੀ 2 ਗਲਾਸ ਸੀਗੇ ਸਰ ਕੋਲੇ, ਆਹ ਲੈ ਇਕੱਠਾ ਹੋ ਗਿਆ। ਤੇ ਇਹਦਾ ਹੋਰ ਵੀ ਦਵਾਤ ਵੀ ਬਣ ਸਕਦੀ, ਕੁਛ ਵੀ ਬਣਾ ਸਕਦੇ, ਕਈ ਕੌਲੀ ਵੀ ਬਣ ਸਕਦੀ। ਜੇ ਨੀਚੇ ਵਾਲਾ ਤਾਂ ਲੀਕ ਨਹੀਂ ਕਰਦਾ ਕਿਉਂਕਿ ਕਪੈਸਿਟੀ ਤਾਂ ਥੋੜੀ ਰਹੇਗੀ ਨਾ ਉਹਦੇ ਅੰਦਰ, ਥੋੜੀ ਰਹੇਗੀ, ਮਤਲਬ ਕੁਛ ਵੀ ਸੌਸ ਵੀ ਪਾ ਕੇ ਤੁਸੀਂ, ਮਤਲਬ ਮਲਟੀਪਰਪਸ ਗਲਾਸ ਆ ਇਹ ਜੀ। ਫਿਰ ਇਹ ਸਾਰੇ ਸਰੋਤੇ ਨੇ ਜੀ, ਸਫਾਰੀ ਕਟਰ ਜਿਹਨੂੰ ਅਸੀਂ ਕਹਿੰਦੇ ਆ। ਇਹ ਯੂਪੀ ਬਿਹਾਰ ਚ ਆਮ ਲੋਕ ਖਾਂਦੇ ਆ। ਹਾਂਜੀ ਹਾਂ, ਸਫਾਰੀ ਕਟਰ ਹੋ ਗਿਆ। ਤੇ ਤੁਸੀਂ ਇਹ ਦੇਖੋ ਕਿ ਪਿੱਤਲ ਦਾ ਬਣਿਆ,
ਔਰ ਇਹਦੇ ਉੱਤੇ ਆ ਮੋਰ ਬਣਾਇਆ ਹੈ ਜੀ, ਸਾਰਾ ਦਿਖਾਇਆ ਕੰਪਲੀਟ, ਤੇ ਉੱਤੇ ਨਕਸ਼ੀ ਵੀ ਕੀਤੀ ਹੈ ਥੋੜੀ ਇਹ ਚੀਜ਼ਾਂ ਕਰਨ ਦੀ ਕੀ ਜ਼ਰੂਰਤ ਸੀ ਉਹਨਾਂ ਨੂੰ? ਜੀ, ਕੀ ਉਹ ਲੋਕ ਵਿਹਲੇ ਸੀਗੇ ਜਿਹੜੇ ਇੰਨਾ ਕੁਝ ਕਰਦੇ ਸੀਗੇ? ਬਿਲਕੁਲ। ਅਗਰ ਇਹ ਚੀਜ਼ਾਂ ਉਸ ਟਾਈਮ ਬਣੀਆਂ ਤੇ ਅੱਜ ਤੱਕ ਪਈਆਂ ਨੇ। ਅੱਜ ਕੱਲ੍ਹ ਜਿਹੜਾ ਸਮਾਨ ਆਉਂਦਾ ਸਾਡਾ ਸ਼ਿੰਗਾਰ ਦਾ ਜਾਂ ਕਿਸੇ ਵੀ ਚੀਜ਼ ਦਾ, ਅਸੀਂ ਭਾਂਡੇ ਵੀ ਆਉਂਦੇ ਯੂਜ਼ ਐਂਡ ਥਰੋ ਆਉਂਦੇ ਆਪਾਂ ਖਾਂਦੇ ਹਾਂ ਤੇ ਉਹਨੂੰ ਗਾਰਬੇਜ ਵਿੱਚ ਗੇਰ ਦਿੰਦੇ ਹਾਂ ਜੀ। ਤੇ ਇਹ ਚੀਜ਼ਾਂ ਜੇ ਮੈਟਲ ਦੇ ਬਣੇ ਸੀ ਅੱਜ ਤੱਕ ਵੀ ਪਈਆਂ ਨੇ। ਇੱਕ ਦੇਖੋ ਪੁਰਾਣੇ ਜਿਵੇਂ ਕਾਚੂ ਸੀ ਬੜੀ ਰੀਝ ਨਾਲ ਬਣਾਏ ਜਾਂਦੇ ਸੀ ਜੀ, ਮੈਂ ਤੇ ਹੁਣ ਕਰਦਾ ਨਹੀਂ ਆ ਸਿੰਪਲ। ਜੀ ਤੁਹਾਨੂੰ ਉਹ ਚਾਕੂ ਵੀ ਮੈਂ ਅੱਗੇ ਦਿਖਾਊਂਗਾ, ਇੱਕ ਫੋਲਡਿੰਗ ਚਾਕੂ ਹੈ ਮੇਰੇ ਕੋਲੇ। ਆ ਵੀ ਸਰ ਦਿਖਾ ਦਿਓ ਮਾੜਾ ਜਿਹਾ। ਆ ਸਫਾਰੀ ਸਫਾਰੀ ਉਹਨੂੰ ਖਾਂਦੇ ਨੇ। ਇਹਦੇ ਚ ਲੌਕ ਹੈ ਜੀ, ਲੌਕ ਖੁੱਲਦਾ, ਇਹਦੇ ਸ਼ੀਸ਼ੇ ਲੱਗੇ ਹੋਏ ਸੀ ਜੀ, ਹੁਣ ਵੀ ਹੈਗੇ 1-2, ਤੇ ਇਹ ਸਫਾਰੀ ਕੱਟਣ ਵਾਲਾ ਜੀ। ਤੇ ਜੋ ਅਕਸਰ ਪਾਨ ਚ ਪਾ ਕੇ ਖਾਂਦੇ ਆ, ਪਾਨ ਬਨਾਰਸ ਵਾਲਾ ਤੁਸੀਂ ਇਹ ਫਿਰ ਲੌਕ ਹੋ ਜਾਂਦਾ ਜੀ, ਲੱਭ ਵੱਜ ਨਾ ਜਾਵੇ ਕਿਸੇ ਦੇ ਨਾ। ਇਹਦੇ ਚ ਇਹ ਬਿਲਕੁਲ ਅੱਜ ਕੱਲ ਦਾ ਹੈਗਾ ਜੀ, ਜਿਹੜੇ ਹੁਣ ਚੱਲਦੇ ਨੇ। ਇਹ ਆਸਟ੍ਰੇਲੀਆ ਵਰਗਾ, ਇਹ ਬਿਲਕੁਲ ਨਵਾਂ, ਇਹ ਨਵਾਂ। ਇਹ ਆਸਟ੍ਰੇਲੀਆ ਵਰਗਾ ਹੈ, ਸਫਾਰੀ ਕਟਰ ਹੈ। ਕਿਉਂਕਿ ਮੈਂ ਹੈਲਥ ਡਿਪਾਰਟਮੈਂਟ ਦੇ ਵਿੱਚ ਮੈਂ ਟੰਬਾਕੂ ਕੰਟਰੋਲ ਦਾ ਮੈਂਬਰ ਹਾਂ, ਸਮੋਕਿੰਗ ਦੇ ਚਲਾਨ ਕੱਟਦਾ ਮੈਂ। ਅੱਛਾ। ਤੇ ਉਹ ਫਿਰ ਅਸੀਂ ਇੱਕ ਦੁਕਾਨ ਵਾਲੇ ਤੋਂ ਮੰਗ ਕੇ ਲਏ ਸੀਗੇ। ਠੀਕ ਹੈ। ਅਸੀਂ ਦੱਸਣਾ ਹੈਗਾ ਕਿ ਪੁਰਾਣੇ ਕਿੱਦਾਂ ਦੇ ਸੀ ਤੇ ਨਵੇਂ ਕਿੱਦਾਂ ਦੇ। ਹਾਂ ਭਈ ਪੁਰਾਣੇ ਤਾਂ ਸਲੂਟ ਕਰਦੇ ਆ ਕਾਰੀਗਰਾਂ ਨੂੰ, ਹੋਰ ਨਾ ਆਪਾਂ ਕੋਲ ਨਾਲ ਹੀ ਲਫ਼ਜ਼ ਨਹੀਂ ਕੋਈ ਲੱਭਦਾ ਜੀ ਸਰ। ਇਹ ਸਾਰੀਆਂ ਸ਼ਾਹੀ ਦੀਆਂ ਦਵਾਤਾਂ ਨੇ। ਆ ਸ਼ਾਇਦ ਇਹ ਉੱਤੇ ਇਹ ਆਪਣੇ ਇੰਗਲਿਸ਼ ਪੀਰੀਅਡ ਦੀਆਂ ਕੰਚ ਦੀਆਂ ਦਫ਼ਤਰਾਂ ਚੱਲਦੀਆਂ ਸੀਗੀਆਂ। ਹਾਂਜੀ ਜੀ, ਇਹਨੂੰ ਗੁੰਮ ਦਵਾਤ ਕਹਿੰਦੇ ਸੀਗੇ। ਇਹ ਸ਼ਾਹੀ ਪਾਉਂਦੇ ਸੀ, ਕੋਲ ਦੇਖੀ ਆ ਮੈਂ, ਡੁੱਲਦੀ ਨਹੀਂ ਸੀ ਹੁੰਦੀ ਫਿਰ, ਮਤਲਬ ਜਿਹਦੇ ਵਿੱਚ ਪਾ ਦੀ ਸ਼ਾਹੀ ਬਾਹਰ ਨਹੀਂ ਸੀ ਡੁੱਲਦੀ ਫਿਰ। ਇਹ ਆਲੇ ਦੁਆਲੇ ਖਾਲੀ ਹੈ, ਗੁੰਮ ਦਵਾਤ ਕਹਿੰਦੇ ਨੇ। ਇਹ ਕਿਸੇ ਡੇਰੇ ਦੀ ਹੈ। ਗੁਰੂ ਦਰਬਾਰ ਸ੍ਰੀ ਸਾਧੂ ਬੇਲਾ ਜੀ, ਪਤਾ ਨਹੀਂ ਕੀ ਲਿਖਿਆ, ਸਰਕਾਰ ਕਿਸੇ ਗੁਰੂ ਪੀਰ ਦਾ ਨਾਮ ਲਿਖਿਆ ਵਾ। ਇਹਦੀ ਕਮਾਲ ਸੀ, ਇਹ ਆੜਤੀਆਂ ਕੋਲੇ ਆਮ ਹੁੰਦੀ ਸੀ ਜੀ। ਇੱਥੇ ਰੱਖ ਦਈਏ। ਹਾਂਜੀ ਸਰ, ਅੱਗੇ ਇਹ ਸਾਰੀਆਂ ਆਪਣਾ ਦੇਖੇ ਨੇ ਤੁਸੀਂ, ਇੰਗਲਿਸ਼ ਪੀਰੀਅਡ ਦੀਆਂ ਦਫ਼ਤਰਾਂ ਦੇ ਵਿੱਚ ਆਮ ਹੁੰਦੇ ਸੀ ਡੰਕ। ਇਹ ਨਾਲ ਇਹ ਡੰਕ ਇਹ ਲਿਖਣਾ ਸੀ, ਜੇ ਇੰਗਲਿਸ਼ ਜ਼ੁਬਾਨ ਲਿਖਣੀ ਆ ਤਾਂ ਉਹਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਸੀ, ਹਨਾ, ਅਲੱਗ-ਅਲੱਗ ਤਰ੍ਹਾਂ ਦੇ ਨਿੱਬਾਂ ਇਹਦੀਆਂ ਆਉਂਦੀਆਂ ਸੀ, ਪਤਲੀ ਇੰਗਲਿਸ਼ ਲਈ ਹੋਰ, ਪੰਜਾਬੀ ਲਈ ਹੋਰ ਜੀ। ਸੋ ਜਿੱਦਾਂ ਦੀ ਕੈਲੀਗ੍ਰਾਫੀ ਉਸ ਹਿਸਾਬ ਨਾਲ ਤੁਸੀਂ ਬਿਲਕੁਲ ਸਰ ਅੱਗੇ ਇੱਧਰ ਆਈਏ। ਸੋ ਇਹਦੇ ਚ ਫਿਰ ਇਹ ਫੋਸਿਲਸ ਹੈਗੇ ਜੀ, ਪਥਰਾਟ। ਹਾਂਜੀ, ਇਹ ਪਾਲਿਸ਼ ਕੀਤੇ ਹੋਏ ਨੇ ਐਕਚੁਅਲੀ। ਇਹ ਜਿਹੜੇ ਇਹ ਹੈਗੇ ਆਰਥੋਸੇਰਸ ਹੈਗੇ 400 ਮਿਲੀਅਨ ਈਅਰਸ 올ਡ, ਯਾਨੀ ਕਿ 40 ਕਰੋੜ ਸਾਲ ਪੁਰਾਣੇ ਨੇ। ਔਰ ਇਹ ਜਿਹੜਾ ਸਮੁੰਦਰੀ ਜੀਵ ਹੈ ਜਿਸ ਚੀਜ਼ ਦਾ ਇਹ ਫੋਸਿਲ ਆ, ਮਤਲਬ ਆਹ ਜੀਵ ਸੀਗਾ ਜੀ, ਉਹਦੇ ਇਹ ਖੰਭ ਜਿਹੇ ਇਹ ਪਥਰਾਟ ਬਣ ਗਿਆ ਜੀ। ਬਾਕੀ ਜਿਹੜਾ ਉਹਦਾ ਪੋਰਸ਼ਨ ਨਿਕਲ ਗਿਆ ਜਿਹੜਾ ਹਾਰਡ ਸੀ, ਉਹ ਪਥਰਾਟ ਬਣ ਗਿਆ ਜੀ। ਇਹ ਕਿੰਨਾ ਹਜ਼ਾਰ ਸਾਲ ਬਣ ਗਏ ਪਹਿਲਾਂ? ਇਹ 40 ਕਰੋੜ ਜੀ। 40 ਕਰੋੜ ਸਾਲ ਪੁਰਾਣੇ ਤੁਸੀਂ ਆਹ ਚੀਜ਼ ਵੇਖ ਰਹੇ ਹੋ ਦਰਸ਼ਕੋ, 40 ਮਤਲਬ ਕਰੋੜ ਸਾਲ ਪਹਿਲਾਂ। ਤੁਹਾਨੂੰ ਇਸ ਤੋਂ ਉੱਪਰਲੇ ਵੀ ਮੈਂ ਦਿਖਾਣਾ, ਇਹਦੇ ਨਾਲ ਬਿਲਕੁਲ ਇਹ ਪਿਆ ਹੈਗਾ ਬੈਲਮਨਾਈਟਸ। ਇਹ ਜਿਹੜੇ ਆਹ ਪਏ ਨੇ ਬੁਲਟਸ ਦਿਖਦੇ ਨੇ ਤਿੱਖੇ ਜੀ, ਇਹ ਐਕਚੁਅਲੀ ਇਹਦਾ ਹੀ ਪਥਰਾਟ ਆਹ ਜੀਵ ਦੇ। ਹਾਂਜੀ, ਇਹ ਜੀਵ ਹੈਗਾ 66 ਮਿਲੀਅਨ ਤੋਂ 201 ਮਿਲੀਅਨ ਜੁਰਾਸਿਕ ਪੀਰੀਅਡ ਤੱਕ ਜੀ। ਵਾਹ ਵੀ ਵਾਹ, ਕਮਾਲ ਆ। ਸਭ ਤੋਂ ਪੁਰਾਣੇ ਜਿਹੜੇ ਮੇਰੇ ਕੋਲ ਫੋਸਿਲ ਨੇ 2 ਹੀ ਨੇ। ਇਹ ਗੈਸਟਰੋਪੋਡਸ ਨੇ, 480 ਮਿਲੀਅਨ ਈਅਰਸ 올ਡ। ਇਹ 48 ਕਰੋੜ ਨੇ। 1 ਮਿਲੀਅਨ ਚ 10 ਲੱਖ ਹੁੰਦਾ ਵਾ। ਬਹੁਤ ਲੋਕਾਂ ਨੇ ਇਹਦੇ ਬਾਰੇ ਕਿੰਤੂ ਪਰੰਤੂ ਕੀਤਾ ਗਿਆ ਕਿ ਇੰਨਾ ਪੁਰਾਣਾ ਨਹੀਂ ਹੋ ਸਕਦਾ, ਤੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਹੁੰਦਾ ਕਿ ਆ ਕੇ ਦੇਖੋ ਜੀ, ਇਹਦੇ ਬਾਰੇ ਗੂਗਲ ਕਰੋ, ਤੁਹਾਨੂੰ ਆਪਣੇ ਪਤਾ ਲੱਗ ਜਾਏਗਾ। ਬਿਲਕੁਲ ਸਰ, ਬਹੁਤ ਕਮਾਲ ਦੀ ਜੀ। ਆਹ ਨਦੀਆਂ ਚ ਹੁੰਦੇ ਇਹ ਵੀ ਫੋਸਿਲ ਨੇ ਜੀ, ਲੇਕਿਨ ਇਹ ਆਇਡੈਂਟੀਫਾਈ ਨਹੀਂ ਹਲੇ ਮੈਨੂੰ ਹੋਏਗਾ, ਆਪਾਂ ਨੂੰ ਪ੍ਰਮਾਣ ਨਹੀਂ ਹੋ ਪਾਏ ਹਜੇ ਨਾ। ਇਹ ਪਏ ਨੇ ਸਿੱਪੀਆਂ ਦੇ ਨੇ, ਇਹ ਵੀ ਮੈਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਜੀ। ਜੀ, ਇਹ ਵੀ ਖੂਬਸੂਰਤ ਚੀਜ਼ ਆ। ਦੇਖੋ ਕਿੱਡੀ ਸੋਹਣੀ ਚੀਜ਼ ਆ, ਹੈ ਨਾ। ਇਹ ਕੁਸ਼ਾਨ ਪੀਰੀਅਡ ਦੀਆਂ ਟੈਰਾਕੋਟਾ ਬੈਂਗਲਸ ਨੇ ਜੀ, ਮਿੱਟੀ ਦੀਆਂ ਚੂੜੀਆਂ 1st ਸੈਂਚੁਰੀ AD ਦੀਆਂ। ਇਹ ਵੰਗਾਂ ਨੇ ਦਰਸ਼ਕੋ, ਲੋਕ ਕਿੱਡੀਆਂ ਸੋਹਣੀਆਂ ਚੂੜੀਆਂ। ਇਹ ਕੁਝ ਪੀਸਿਸ ਨੇ ਸ਼ੈਲ ਬੈਂਗਲਸ ਦੇ ਜੀ। ਇਹ ਐਰੋ ਹੈਡ ਹੈ 1st ਸੈਂਚੁਰੀ ਦਾ। ਐਰੋ ਹੈਡ ਮਤਲਬ ਤੀਰ ਦਾ ਜਿਹੜਾ ਹੈਡ ਹੁੰਦਾ ਜੀ। ਓਕੇ। ਸੋ ਇਹ ਹੈਗੇ ਜਿਹੜੇ ਕੋਇਨ ਮੋਲਡਸ, ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਜੀ। ਸੁਨੇਤ ਪਿੰਡ ਦੇ ਵਿੱਚ ਇਹਨਾਂ ਦੀ ਟਕਸਾਲ ਹੁੰਦੀ ਸੀ ਲੁਧਿਆਣੇ। ਇਹ ਕੋਇਨ ਨੇ 2 ਨਾਲ ਪਏ ਨੇ। ਇਹਦਾ ਮੋਲਡ ਇੱਧਰ ਹੈ, ਇਹਦਾ ਮੋਲਡ ਇੱਧਰ ਪਿਆ। ਇਹ ਕਿਸੇ ਦੇਵੀ ਦੇਵਤੇ ਦੀ ਤਸਵੀਰ ਆ। ਸਾਰੇ ਦੇਵੀ ਦੇਵਤਿਆਂ ਦੀ ਤਸਵੀਰਾਂ ਹੁੰਦੀਆਂ ਸੀ ਜੀ। ਕਿਸੇ ਦੇਵੀ ਦੇਵਤੇ ਦੀ ਤਸਵੀਰ ਬਣੀ ਹੋਈ ਆ। ਆਹ ਤੁਸੀਂ ਦੇਖੋਗੇ ਸਾਈਡ ਤੇ, ਇਹ ਕੋਇਨ ਓਰੀਜਨਲ ਪਏ ਨੇ ਨਾਲ। ਇਹਦੀ ਇਮੇਜ ਉੱਪਰ ਲਗਾਈ ਹੈ ਪ੍ਰਿੰਟ। ਇਹ 200 BC ਤੋਂ ਬਿਫੋਰ ਕ੍ਰਿਸਟ, ਮਤਲਬ 100 ਤੋਂ 200 BC, ਈਸਾ ਤੋਂ ਪਹਿਲਾਂ ਦੀ ਗੱਲਾਂ ਨੇ। 2100 ਤੋਂ 2200 ਸਾਲ ਪੁਰਾਣੇ ਜੀ। 2100 2200 ਸਾਲ ਪੁਰਾਣੇ, ਈਸਾ ਤੋਂ ਪਹਿਲਾਂ ਦੀਆਂ ਗੱਲਾਂ ਨੇ ਸਰ। ਆਹ ਇਹ ਵੀ ਬੈਲਮਨਾਈਟਸ ਜਿਹੜੇ ਅਸੀਂ ਇੱਥੇ ਦੇਖ ਰਹੇ ਸੀਗੇ ਜੀ, ਇਹ ਇੱਕ ਗਰੁੱਪ ਹੈ ਪੂਰਾ ਇਹਨਾਂ ਦਾ, ਕਿ ਜਦੋਂ ਇਹ ਸਾਰਾ ਧਰਤੀ ਦੀ ਉਥਲ ਪੁਥਲ ਹੋਈ, ਸਮੁੰਦਰ ਜਿਹੜੇ ਪਹਾੜ ਬਣੇ, ਪਹਾੜ ਸਮੁੰਦਰ ਬਣ ਗਏ, ਉਸ ਟਾਈਮ ਜਿੰਨੇ ਜੀਵ ਜੰਤੂ ਸੀ ਸਾਰੇ ਉੱਪਰ ਚਲੇ ਗਏ ਪਹਾੜਾਂ 'ਚ, ਉਹ ਕੰਪਰੈਸ ਹੋ ਗਏ। ਲੱਖਾਂ ਕਰੋੜਾਂ ਸਾਲ ਬਾਅਦ ਇਹ ਜਿਹੜੇ ਨੇ ਪਥਰਾਟ ਬਣ ਗਏ। ਇਹਦੇ 'ਚ ਸੈਂਕੜੇ ਉਹ ਜਾਨਵਰ ਲੱਗੇ ਹੋਏ ਨੇ, ਦੇਖੋ ਤੁਸੀਂ ਧਿਆਨ ਨਾਲ।
ਮੱਛੀਆਂ ਜਿਵੇਂ ਹੁੰਦੀਆਂ। ਬਿਲਕੁਲ ਆਹੀ ਜਿਹੜੀ ਤੁਹਾਨੂੰ ਹੁਣ ਫੋਟੋ ਦਿਖਾਈ ਹੈ ਜੀ। ਔਰ ਕਿੰਨੀਆਂ ਲੇਅਰਸ ਦੇ ਵਿੱਚ ਨੇ, ਤੁਸੀਂ ਇਮੇਜਿਨ ਕਰੋ ਕਿ ਇੰਨੀ ਕੁ ਜਗ੍ਹਾ 'ਚ ਹੈਗੇ ਤੇ ਕਿੰਨੇ ਕੁ ਹੋਰ ਹੋਣਗੇ, ਮਤਲਬ ਕਿੰਨੇ ਜੀਵ ਜੰਤੂ ਮਰੇ ਹੋਣਗੇ ਉਸ ਟਾਈਮ। ਇਹ ਸਾਰੇ ਪੈਚਕ ਕਿਹੇ ਜਾ ਬਣ ਗਏ? ਇਹ ਕੰਪਰੈਸ ਹੋ ਗਏ ਸਾਰੇ, ਹਾਂ ਪੈਚਕ ਗਏ ਮਤਲਬ ਦਬਾਅ ਦੇ ਕਾਰਨ। ਉੱਥੇ ਦਬਾਅ ਨਾਲ ਦਬ ਗਏ ਤੇ ਪਏ ਪਥਰਾਟ ਬਣ ਗਏ। ਹਾਂ ਦੇਖੋ ਵੀ ਕਮਾਲ ਸੀ ਸਰ, ਇਹ ਚੀਜ਼ ਬਹੁਤ ਕੀਮਤੀ ਬੇਸ਼ੁਮਾਰ। ਫਿਰ ਇਹ ਵੁੱਡ ਫੋਸਿਲ ਹੈਗਾ ਲੱਕੜੀ ਦਾ। ਤੋਂ ਲਦਾਖ ਏਰੀਆ ਦਾ। ਮੈਨੂੰ ਇਸ ਮਿਊਜ਼ੀਅਮ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਹੁਤ ਲੋਕੀ ਆਉਂਦੇ ਨੇ ਮੈਨੂੰ ਦੇਖਣ ਲਈ ਚੀਜ਼ਾਂ ਜੀ। ਫਿਰ ਉਹ ਕਹਿੰਦੇ ਵੀ ਸਾਡੇ ਘਰ ਕੋਈ ਚੀਜ਼ ਪਈ ਹੈ ਤੇ ਤੁਹਾਨੂੰ ਅਸੀਂ ਗਿਫਟ ਕਰਨੀ ਹੈ, ਕਿ ਸਾਡੇ ਕੋਲ ਤਾਂ ਇੱਕੋ ਹੀ ਹੈ ਜੀ, ਤੇ ਇੱਥੇ 100 ਬੰਦੇ ਆ ਕੇ ਉਹਨੂੰ ਵੇਖਣਗੇ। ਬਿਲਕੁਲ। ਇਹ ਇੱਕ ਵੁੱਡ ਫੋਸਿਲ ਹੈ ਲੱਕੜ ਦਾ ਜੀ। ਇਹਦਾ ਕੀ ਲਦਾਖ ਦਾ ਹੈਗਾ। ਲੱਕੜ ਜਿਹੜੀ ਸੀ ਪਥਰਾਟ ਬਣ ਗਈ ਜੀ। ਇਹ ਲੱਕੜ ਸੀ ਤੇ ਪੱਥਰ ਬਣ ਗਿਆ? ਹਾਂਜੀ, ਇਹ ਪੱਥਰ ਬਣੀ ਹੈ ਇਸ ਟਾਈਮ। ਇਹ ਹੈ ਲੱਕੜ ਹੈ। ਇਹ ਕੀ ਕਾਰਨ ਸਬਬ ਬਣਿਆ ਇਹਦਾ? ਉਹੀ ਉਹ ਜ਼ਮੀਨ 'ਚ ਕੰਪਰੈਸ ਹੋ ਗਈ, ਪਈ ਬਸ ਉਹ ਪੱਥਰ ਬਣ ਗਈ ਜੀ। ਦੇਖੋ ਦਰਸ਼ਕੋ ਵੀ ਸਮੇਂ ਦੀ ਕਿੱਡੀ ਸ਼ਕਤੀ ਆ, ਪਾਵਰ ਆ ਸਮੇਂ ਦੇ ਵਿੱਚ, ਕਿ ਜਦੋਂ ਬਦਲਾਅ ਅਜੇ ਆਉਂਦਾ। ਤੱਕ ਹਿਊਮਨਸ ਦੇ ਕੋਈ ਪਥਰਾਟ ਨਹੀਂ ਮਿਲੇ। ਅੱਛਾ, ਬੰਦੇ ਦਾ ਨਹੀਂ ਮਿਲੇ? ਬੰਦੇ ਦਾ ਕੋਈ ਪਥਰਾਟ ਨਹੀਂ ਮਿਲਿਆ। ਬਾਕੀ ਲੱਕੜਾਂ ਦੇ ਮਿਲਦੇ ਨੇ, ਜਾਨਵਰਾਂ ਦੇ ਮਿਲਦੇ ਨੇ, ਹਾਥੀਆਂ ਦੇ ਮਿਲਦੇ ਨੇ, ਕੱਛੂਆਂ ਦੇ ਮਿਲਦੇ ਨੇ, ਮੱਛੀਆਂ ਦੇ ਮਿਲਦੇ ਨੇ ਜੀ। ਬਿਲਕੁਲ। ਤੇ ਅੱਗੇ ਸਰ ਰਾਹਤ ਨਿੱਕੇ ਚਾਬੀਆਂ ਦੀ ਸਾਰੀਆਂ ਚਾਬੀਆਂ ਨੇ ਜੀ। ਕੋਈ ਕਿਸੇ ਬੰਦੇ ਤੋਂ ਲੈ ਲਈਆਂ ਇਕੱਠੀਆਂ, ਤੇ ਮੇਰੇ ਕੋਲ ਜਿਹੜੇ ਲੌਕ ਸੀਗੇ ਜੀ, ਉਹਨਾਂ 'ਚ ਕਈਆਂ ਚਾਬੀਆਂ ਨਹੀਂ ਸੀਗੀਆਂ, ਇੱਥੋਂ ਉਹਨਾਂ 'ਚ ਚਾਬੀਆਂ ਲੱਗ ਗਈਆਂ। ਬਿਲਕੁਲ। ਭੰਨ ਵੈਰਾਈਟੀ ਹੈ ਇਹਨਾਂ ਦੀ ਜੀ। ਇਹ ਤੁਸੀਂ ਕੋਇਨ ਦੇਖ ਰਹੇ ਹੋ ਜਿਹੜੇ ਪਿੱਛੇ ਪਏ ਨੇ, 450 BC। ਨਿੱਕੇ ਦਾਣੇ ਜੀ, ਸਿੱਕੇ ਨੇ ਜੀ। ਪੰਚਮਾਰਕ ਮਾਸ਼ਕ ਨੇ, ਚਾਂਦੀ ਦੇ ਸਿੱਕੇ ਨੇ। ਨਿੱਕੇ ਦਾਣੇ ਜੀ ਜੋ ਨਜ਼ਰ ਆ ਰਹੇ। ਕੋਇਨ ਆਫ ਦਾ ਵਰਲਡ ਹੈ, ਦੁਨੀਆ ਦਾ ਸਭ ਤੋਂ ਛੋਟਾ ਸਿੱਕਾ ਜੀ। ਦੁਨੀਆ ਦਾ ਸਭ ਤੋਂ ਛੋਟਾ ਸਿੱਕਾ ਦਰਸ਼ਕੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ। ਨਿੱਕੇ ਰਹਿਣੇ ਜੇ ਆ, ਦੇਖਣ 'ਚ ਸ਼ਾਇਦ ਸਧਾਰਨ ਨਿਗਾਹ ਨਾਲ ਇਦਾਂ ਲੱਗਣ, ਪਰ ਜਦੋਂ ਇਹਨੂੰ ਆਪਾਂ ਜ਼ੂਮ ਕਰਕੇ ਜਾਂ ਕਿਸੇ ਬਰੀਕ ਬੀਨੀ ਨਾਲ ਦੇਖਾਂਗੇ ਤਾਂ ਉੱਤੇ ਕੁਛ ਨਾ ਕੁਛ ਲਿਖਿਆ ਵੀ ਹੋਊਗਾ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਸ ਥਾਂ ਤੇ ਆ ਕੇ ਕਿਸੇ ਇਦਾਂ ਦਾ ਅਹਿਸਾਸ ਹੋ ਰਿਹਾ ਕਿ ਜਿੱਦਾਂ ਤੁਸੀਂ ਕਿਸੇ ਧਾਰਮਿਕ ਜਗ੍ਹਾ ਤੇ ਆਏ ਹੁੰਦੇ ਹੋ। ਜੀ ਸਰ। ਸੋ ਇਹ ਜਿਹੜੀ ਇੱਟ ਹੈਗੀ ਜੀ, ਬਹਾਦਰਗੜ੍ਹ ਕਿਲ੍ਹਾ ਇੱਥੇ ਪਟਿਆਲੇ ਨਾਲ ਹੀ ਤੁਹਾਡੇ ਆ ਜੀ। ਇਹ ਉੱਥੇ ਖੂਹ ਦੀ ਇੱਟ ਹੈਗੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਥੜੇ ਤੇ ਬੈਠੇ ਸੀਗੇ। ਉਹ ਥੜਾ ਵੀ ਨਿਕਲਿਆ ਥੱਲੋਂ ਤੇ ਉਹ ਖੂਹ ਵੀ ਨਿਕਲਿਆ ਜੀ। ਤੇ ਜਦੋਂ ਅਸੀਂ ਗਏ ਸੀ ਤੇ ਉਸ ਟਾਈਮ ਉਹ ਖੂਹ ਦੀ ਮਨੇਰ ਜਿਹੜੀ ਹੈ ਉਹ ਟੁੱਟ ਰਹੀ ਸੀ ਜੀ। ਅਸੀਂ ਅਰਦਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਇੱਕ ਇੱਟ ਲੈ ਕੇ ਆਏ ਆਪਣੇ ਮਿਊਜ਼ੀਅਮ ਵਾਸਤੇ ਜੀ। ਬਾਬਾ ਜੀ ਤੁਸੀਂ ਜਾਣਦੇ ਮੈਂ ਕਾਹਦੇ ਲਈ ਲੈ ਕੇ ਚੱਲਿਆ, ਤੁਸੀਂ ਸਰੋਪਾ ਸਾਹਿਬ ਰੱਖ ਕੇ ਅਸੀਂ ਇਹਨੂੰ ਸਤਿਕਾਰ ਨਾਲ ਰੱਖਿਆ। ਬਿਲਕੁਲ। ਦੂਸਰੀ ਇੱਟ ਵੀ ਬਹਾਦਰਗੜ੍ਹ ਦੀ ਹੈ, ਉਹ ਵੀ ਮੈਨੂੰ ਕਿਸੇ ਨੇ ਲਿਆ ਕੇ ਦਿੱਤੀ। ਫਿਰ ਮੈਂ ਇਹਦਾ ਇਤਿਹਾਸ ਲੈ ਕੇ ਆਇਆ ਜੀ। ਗੁਰੂ ਤੇਗ ਬਹਾਦਰ ਸਾਹਿਬ 2 ਵਾਰੀ ਆਏ ਸੀ ਤੇ ਕਿਹੜੇ ਸਾਲ 'ਚ ਇੱਥੇ ਆਏ ਸੀਗੇ। ਬਹੁਤ ਕਿਲ੍ਹਾ ਵੀ ਹੈ ਉੱਥੇ ਮੇਰੇ ਖਿਆਲ 'ਚ, ਜੇ ਮੈਨੂੰ ਉਹ ਕਿਲ੍ਹੇ ਦੇ ਵਿੱਚ ਹੀ ਹੈ ਜੀ। ਗੁਰਦੁਆਰਾ ਸਾਹਿਬ ਬਾਹਰ ਹੈ ਜੀ, ਜਿਹੜਾ ਅੰਦਰ ਕਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਇਹ ਉੱਥੋਂ ਦੀ ਇੱਟ ਹੈ। ਤੇ ਦਰਸ਼ਕੋ ਅਗਲੀ ਵਾਰੀ ਆਪਾਂ ਉਹ ਵੀਡੀਓ ਵੀ ਲਾਜ਼ਮੀ ਲੈ ਕੇ ਆਵਾਂਗੇ। ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਪੁਰਾਣਾ ਗੁਰਦੁਆਰਾ ਤੋੜ ਕੇ ਉਹਨਾਂ ਨੇ ਜਦੋਂ ਨਵੀਂ ਕੰਸਟਰਕਸ਼ਨ ਕੀਤੀ ਕਾਰ ਸੇਵਾ ਵਾਲਿਆਂ ਨੇ, ਤਾਂ ਥੱਲੋਂ ਜ਼ਮੀਨ 'ਚੋਂ ਫਿਰ ਚੀਜ਼ਾਂ ਨਿਕਲੀਆਂ, ਥੜਾ ਵੀ ਮਿਲਿਆ ਤੇ ਖੂਹ ਵੀ ਮਿਲਿਆ। ਉਹਨਾਂ ਨੇ ਹੁਣ ਉਹ ਪ੍ਰੋਟੈਕਟ ਕੀਤਾ ਹੋਇਆ ਤੇ ਗੁਰਦੁਆਰਾ ਸਾਹਿਬ ਦਰਬਾਰ ਜਿਹੜਾ ਉੱਪਰ ਬਣਾਤਾ। ਬਿਲਕੁਲ। ਤੇ ਸਰ ਇਸੇ ਤਰ੍ਹਾਂ ਹਾਂਜੀ ਸਰ, ਹਾਂਜੀ ਆਹ ਦੱਸਿਓ। ਇਹ ਵੀ ਇੱਕ ਪਟਿਆਲੇ ਦੇ ਵਿੱਚ ਜਿਹੜਾ ਕਿਲ੍ਹਾ ਮੁਬਾਰਕ ਹੈ ਜੀ, ਉੱਥੇ ਬਾਬਾ ਆਲਾ ਦੀ ਜੋਤ ਜਗਦੀ ਹੈ ਜੀ। ਇਹ ਉਸ ਜੋਤ ਦਾ ਧੂਣੇ ਦੀ ਰਾਖ ਹੈ। ਅੱਛਾ, ਬਾਬਾ ਆਲਾ ਸਿੰਘ ਕਰੀਰ ਦੀ ਲੱਕੜ ਦਾ ਧੂਣਾ ਚੱਲਦਾ ਉੱਥੇ। ਕਰੀਰ ਦੀ ਖਾਸ ਵਿਸ਼ੇਸ਼ਤਾ ਹੁੰਦੀ ਹੈ? ਕਰੀਰ ਦੀ ਪਤਾ ਨਹੀਂ ਜੀ ਕਿਉਂ, ਮੈਨੂੰ ਵੀ ਨਹੀਂ ਪਤਾ ਕਿ ਕਰੀਰ ਦੀ ਲੱਕੜ ਦਾ ਧੂਣਾ ਚੱਲਦਾ ਹੈ। ਔਰ ਉੱਥੇ ਜੋਤ ਹੈ ਜਿਹੜੀ ਉਹ 24 ਘੰਟੇ ਚੱਲਦੀ ਹੈ, ਸਿਕਿਉਰਿਟੀ ਲੱਗੀ ਹੋਈ ਹੈ। ਮਤਲਬ ਰਾਖ ਆ ਇਹ ਉਹਦੀ ਰਾਖ ਹੈ ਜੀ। ਬੜੀ ਸਾਡੇ ਲਈ ਬੜੀ ਇੱਜ਼ਤ ਵਾਲੀ, ਕਿਉਂਕਿ ਉੱਥੇ ਹਰ ਬੰਦੇ ਨੂੰ ਜਾਣ ਨਹੀਂ ਦਿੰਦੇ ਜੀ। ਸਾਡੀ ਉਹਨਾਂ ਨਾਲ ਸਿੱਖੀ ਸੇਵਕੀ, ਅਸੀਂ ਗਾਏ ਵਗਾਏ ਚਲੇ ਜਾਂਦੇ ਆ, ਸਾਨੂੰ ਮੱਥਾ ਟਿਕਾਉਂਦੇ ਨੇ ਉੱਥੇ ਤੇ ਫਿਰ ਅਸੀਂ ਬਿਲਕੁਲ, ਕਿਉਂਕਿ ਉਹ ਪ੍ਰੋਟੈਕਟਡ ਹੈ ਜਗ੍ਹਾ, ਉੱਥੇ ਕਿਸੇ ਨੂੰ ਜਾਣ ਨਹੀਂ ਦਿੰਦੇ। ਮਾਨਤਾ ਇਹ ਹੈ ਕਿ ਜਿੰਨੀ ਦੇਰ ਬਾਬਾ ਜੀ ਦੀ ਜੋਤ ਜਗਦੀ ਹੈ ਪਟਿਆਲਾ ਸਲਾਮਤ ਰਹੂਗਾ। ਜਿਸ ਦਿਨ ਬਾਬਾ ਵਾਲੀ ਜੋਤ ਬੁਝ ਗਈ ਪਟਿਆਲਾ ਖਤਮ ਹੋ ਜਾਊਗਾ। ਇੱਕ ਮਾਨਤਾ ਬਣੀ ਹੋਈ ਹੈ, ਸ਼ਾਇਦ ਬਣੀ ਰਹੇ। ਉਹ ਏਰੀਆ ਜਿਹੜਾ ਪਰਟੀਕੂਲਰ ਏਰੀਆ ਹੈ ਉਹ ਗੜੀ ਸੀ ਐਕਚੁਅਲੀ ਕਿਲੇ 'ਚ ਜੀ, ਬਾਬਾ ਆਲਾ ਦੀ ਗੜੀ ਸੀ ਜੀ। ਤੇ ਫਿਰ ਪੱਟੀ ਸੀ, ਫਿਰ ਉਹ ਪੱਤੀ, ਉਸ ਟਾਈਮ ਆਪਾਂ ਪੱਤੀਆਂ ਕਹਿੰਦੇ ਸੀ ਪਿੰਡਾਂ 'ਚ, ਬਾਬਾ ਆਲਾ ਦੀ ਪੱਤੀ ਸੀ ਜੀ। ਤੇ ਉਹ ਫਿਰ ਪੱਤੀ ਤੋਂ ਪਟਿਆਲਾ ਬਣਿਆ ਜੀ, ਬਾਬਾ ਆਲਾ ਦੇ ਨਾਂ ਤੇ। ਪੱਟੀ ਤੋਂ ਪਟਿਆਲਾ ਬਣਿਆ ਜੀ। ਉਹਨਾਂ ਦਾ ਕੋਇਨ ਵੀ ਮੇਰੇ ਕੋਲ ਹੈਗਾ ਬਾਬਾ ਆਲਾ ਦਾ ਜੀ, ਤੁਹਾਨੂੰ ਦਿਖਾਵਾਂਗੇ। ਤੇ ਸਰ ਆਹ ਕੀ ਹੈ? ਇਹ ਸਾਰੇ ਟ੍ਰੈਡੀਸ਼ਨਲ ਗਹਿਣੇ ਨੇ ਜੀ, ਮੈਨੂੰ ਕਿਸੇ ਤੋਂ ਮਿਲੇ ਸੀਗੇ। ਇਹ ਰਾਜਸਥਾਨ 'ਚ ਆਮ ਆਹ ਗਿੱਟਿਆਂ 'ਚ ਪਾਇਆ ਹੁੰਦਾ? ਰਾਜਸਥਾਨ 'ਚ ਵੀ ਨਹੀਂ ਜੀ, ਇਹ ਯੂਪੀ 'ਚ ਵੀ ਮਿਲਦੇ ਨੇ। 2-3 ਸਟੇਟਾਂ ਹੈਗੀਆਂ ਜਿੱਥੇ ਬੰਨਣ ਵਾਲਾ ਹੋਇਆ ਨਾ, ਬੰਨਣ ਵਾਲਾ ਜੀ। ਮੈਨੂੰ ਅੱਛੇ ਲੱਗੇ, ਮੈਂ ਫਰੇਮ ਕਰਾ ਕੇ ਇੱਥੇ ਡਿਸਪਲੇ ਕਰਤਾ। ਬਹੁਤ ਸੋਹਣਾ, ਮੈਨੂੰ ਖਿੱਚ ਰਿਹਾ ਸੀ ਵੀ ਇਹ ਵੱਡੀ ਸਾਰੀ ਚੀਜ਼ ਹੈ। ਜਦੋਂ ਅਸੀਂ ਐਂਟਰ ਕਰਦੇ ਹਾਂ ਅਟਰੈਕਟ ਕਰਦਾ ਸਾਨੂੰ ਇਹ। ਹਾਂਜੀ ਜੀ। ਇਹ ਸਾਰੀਆਂ ਸੁਰਮੇਦਾਨੀਆਂ ਲੇਟਰ ਪੀਰੀਅਡ ਦੀਆਂ ਨੇ ਸਾਰੀਆਂ ਇਹ ਜੀ। ਇਸ ਤੋਂ ਅਰਲੀ ਪੀਰੀਅਡ ਜਿਹੜਾ ਉਧਰ ਤੁਹਾਨੂੰ ਅੱਗੇ ਦਿਖਾਉਂਦੇ ਆਪਾਂ। ਜੀ ਸਰ, ਆਓ ਆਪਾਂ ਇੱਧਰ ਨੂੰ ਤੁਰਿਆਈਏ ਹੌਲੀ ਹੌਲੀ। ਹਾਂਜੀ ਸਰ, ਅੱਗੇ। ਸੋ ਇਹ ਸਾਰੇ ਸ਼ਿੰਗਾਰਦਾਨ ਨੇ ਛੋਟੇ ਛੋਟੇ। ਇਹ ਲੋਕ ਲੱਗਿਆ ਉੱਤੇ? ਹਾਂਜੀ, ਉੱਤੇ ਲੋਕ ਲੱਗਾ, ਤੁਸੀਂ ਦੇਖੇ ਹੋਣਗੇ ਪਹਿਲਾਂ। ਅੱਗੇ ਮੈਂ ਦੇਖੇ ਨੇ ਜੀ। ਇਹਦੇ ਵੱਡੇ ਵੀ ਤੁਹਾਨੂੰ ਦਿਖਾਉਂਦੇ ਉਧਰ ਪਰਲੇ ਪਾਸੇ ਪਏ ਨੇ। ਠੀਕ ਹੈ ਸਰ। ਸੋ ਆਹ ਸਰ ਇਧਰਲੇ ਪਾਸੇ ਟੈਰਾਕੋਟਾ, ਇਹ ਵੀ ਸਾਰਾ ਫਿਗਰਸ ਨੇ ਜਿਵੇਂ ਅਸੀਂ ਉਹ ਡਿਸਪਲੇ ਕੀਤੀਆਂ ਕੁਝ ਫਿਗਰਸ। ਤਸਵੀਰ ਪੁਰਾਣੀ, ਇਹ ਮੈਨੂੰ ਇਨਸ਼ਾਅੱਲਾ ਸ਼੍ਰੀ ਕ੍ਰਿਸ਼ਨ ਜੀ ਦੀ ਹੈ ਜੀ। ਹਰਨੇਕ ਦਿਖਾਈ ਬਈ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ, ਬੇਸ਼ਕੀਮਤੀ। ਇਹਦਾ ਮੁੱਲ ਬਹੁਤ ਹੈ ਇਹਨਾਂ ਚੀਜ਼ਾਂ ਦਾ, ਹਨਾ। ਅੱਜ ਦੇਖੋ ਜਿਨ੍ਹਾਂ ਨੂੰ ਇਸ ਚੀਜ਼ ਦੀ ਕਦਰ ਹੈ ਉਹਨਾਂ ਲਈ ਇਹ ਬਹੁਤ
ਕੀਮਤੀ ਨੇ, ਜਿਨ੍ਹਾਂ ਨੂੰ ਇਹਦੀ ਕਦਰ ਨਹੀਂ ਹੈ ਉਹਨਾਂ ਲਈ ਕੋਈ ਕੀਮਤ ਨਹੀਂ, ਉਹਨਾਂ ਲਈ ਮਿੱਟੀ ਦੇ ਟੁਕੜੇ ਨੇ। ਬਿਲਕੁਲ, ਇਹ ਇਦਾਂ ਲੱਗਦਾ ਵੀ ਜਿਵੇਂ ਨਾ ਯਾਰ ਉਹ ਯੁੱਗ 'ਚ ਹੀ ਆ ਗਏ ਹੁੰਦੇ, ਕੁਸ਼ਾਣ ਯੁੱਗ 'ਚ ਹੀ। ਆ ਤੁਹਾਡੇ ਪਿੱਛੇ ਤੁਸੀਂ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਜੀ, ਲੱਕੜ ਦੇ ਫੋਸਿਲ, ਵੁੱਡ ਫੋਸਿਲ ਜੀ, ਇਹ 23 ਕਰੋੜ ਸਾਲ ਪੁਰਾਣੇ ਨੇ। 23 ਕਰੋੜ ਸਾਲ ਪੁਰਾਣੀ ਲੱਕੜ ਦੇ ਫੋਸਿਲ, ਮਤਲਬ ਲੱਕੜ ਪੱਥਰ 'ਚ ਤਬਦੀਲ ਹੋ ਚੁੱਕੀ ਹੈ, ਹਨਾ। ਜਿਵੇਂ ਸਾਦੀ ਭਾਸ਼ਾ 'ਚ ਗੱਲ ਕਰਾਂ ਤਾਂ 230 ਮਿਲੀਅਨ ਈਅਰਸ 올ਡ। ਇਹ ਤੁਹਾਡੇ ਨਾਲ ਖੱਬੇ ਪਾਸੇ ਦੇਖ ਰਹੇ ਚਾਰਟ ਪਲੇਟਸ ਕਾਰਨਰ 'ਚ ਪਏ ਨੇ, ਹੜੱਪਣ ਪੀਰੀਅਡ ਦੇ ਨੇ ਜੀ। ਇਹ ਹੜੱਪਾ ਦੇ ਜੀ? ਹਾਂਜੀ, ਇਹ ਕੱਟਣ ਲਈ ਅੱਛਾ, ਇਹ ਟੂਲ ਨੇ ਛੋਟੇ। ਅੱਛਾ, ਕੱਟਣ ਲਈ ਟੂਲ ਸੀ ਇਹ, ਠੀਕ ਹੈ ਜੀ। ਬਲੇਡ ਨੇ ਬਹੁਤ ਤਿੱਖੇ ਨੇ ਜੀ। ਕਮਾਲ ਸਰ। ਇਹਦੇ ਨਾਲ ਸਾਰੇ ਫੋਸਿਲਸ ਪਏ ਨੇ, ਇਹ ਸਾਰੇ ਫੋਸਿਲ ਨੇ ਜੀ। ਤੁਸੀਂ ਦੇਖ ਰਹੇ ਹੋ 200 ਮਿਲੀਅਨ ਤੋਂ 48 ਕਰੋੜ ਸਾਲ ਪੁਰਾਣੇ ਨੇ ਇਹ ਜੀ, ਤੇ ਇਹ 100 ਮਿਲੀਅਨ ਈਅਰਸ 올ਡ ਨੇ ਜੀ। ਇਹ ਵੀ ਫੋਸਿਲ ਨੇ ਜੀ। ਇਹ ਸਾਰੀਆਂ ਬੈਂਗਲਸ ਨੇ ਜਿਹੜੀਆਂ 2800 ਸਾਲ ਪੁਰਾਣੀਆਂ ਬੈਂਗਲਸ ਦੇ ਟੁਕੜੇ ਨੇ ਜੀ ਸਰ। 2200 ਸਾਲ ਨੇ। ਇਹ ਮੌਰੀਅਨ ਪੀਰੀਅਡ ਦੀਆਂ ਬੈਂਗਲਸ ਨੇ। ਮੌਰੀਆ ਕਾਲ ਦੇ ਵਿੱਚ ਕੰਮ ਜਿਹੜਾ ਸੀ ਬਹੁਤ ਵਧੀਆ ਹੁੰਦਾ ਸੀ। ਮੌਰੀਆ ਕਾਲ ਸੁਨਹਿਰੀ ਦੌਰ ਵੀ ਮੰਨਦੇ ਰਹੇ। ਮੰਨਦੇ ਸੀ, ਉਹਦੇ ਚ ਬੜੇ ਅੱਛੇ ਕਲਰਫੁਲ ਜਿਹੜੇ ਸੀ ਗਹਿਣੇ ਬਣਦੇ ਸੀਗੇ ਜੀ। ਬਿਲਕੁਲ ਸਰ। ਅੱਗੇ ਸਰ, ਅੱਗੇ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਇਹ ਵੀ ਸਾਰੇ ਫੋਸਿਲ ਨੇ, ਜੁਰੈਸਿਕ ਪੀਰੀਅਡ ਦੇ ਨੇ ਸਾਰੇ। ਜੁਰੈਸਿਕ ਪੀਰੀਅਡ ਦੇ ਆ ਗਏ। ਨਿੱਕੇ ਨਿੱਕੇ ਸੰਖ ਜਿਹੇ ਲੱਗ ਰਹੇ ਆ ਮੈਨੂੰ ਇਹ, ਜਿਵੇਂ ਪਾਣੀ ਦੇ ਵਿੱਚੋਂ ਬਣੇ। ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ 'ਚ ਜਾਨ ਹੈ, ਅੱਜ ਵੀ ਇੱਕ ਦੂਜੇ ਨੂੰ ਆਪਣੇ ਵੱਲ ਖਿੱਚ ਰਹੇ ਨੇ। ਮੈਂ ਜਦੋਂ ਵੀ ਇਹਨਾਂ ਨੂੰ ਡਿਸਪਲੇ ਕਰਕੇ ਜਾਂਦਾ ਤੇ 2-4 ਦਿਨ ਬਾਅਦ ਦੇਖਦਾ ਤੇ ਇਕੱਠੇ ਹੋ ਜਾਂਦੇ ਨੇ ਸਾਰੇ। ਅੱਛਾ, ਇਦਾਂ ਹੁੰਦਾ? ਮੈਨੂੰ ਲੱਗਦਾ ਗ੍ਰੈਵਿਟੀ ਹੋਵੇ ਕੁਝ, ਪਤਾ ਨਹੀਂ। ਮੈਂ ਹੁਣ ਇਹਨੂੰ ਕੋਈ ਨੋਟਿਸ ਕਰਾਂਗਾ ਤੇ ਕੋਈ ਟਾਈਮ ਲੈਪਸ ਲਾ ਕੇ ਦੇਖਾਂਗਾ ਮੈਂ ਵੀ ਇਹ ਕਿਉਂ ਹੁੰਦਾ ਇਸ ਤਰ੍ਹਾਂ। ਇਹ ਕੀ ਪ੍ਰਕਿਰਿਆ ਵਾਪਰਦੀ ਆ? ਇਹ ਦੇਖੋ ਸਾਰੇ ਇਹ ਵੀ ਇਕੱਠੇ ਹੋ ਗਏ, ਇਹ ਇਕੱਠੇ ਹੋ ਗਏ ਆਪਸ 'ਚ, ਇਕੱਠੇ ਹੋ ਗਏ, ਇਹ ਇੱਧਰ ਬਣ ਗਿਆ, ਇਕੱਠੇ ਹੋ ਗਏ। ਹਰਨੇਕ ਮਾੜਾ ਤੋਂ ਕਰਕੇ ਦਿਖਾਈ ਕੈਮਰਾ ਵੀ ਆਹ ਸਰਕਰੇ ਵੀ ਅਲੱਗ-ਅਲੱਗ ਰੱਖੀ ਦੇ, ਪਰ ਇਹ ਤਿੰਨ ਜੁੱਟੇ ਬਹੁਤ ਵਾਰੀ ਐਕਸਪੈਰੀਮੈਂਟ ਕਰ ਲਿਆ ਜੀ। ਅੱਜ ਤੁਹਾਡੇ ਜਾਣ ਤੋਂ ਬਾਅਦ ਵੀ ਮੈਂ ਦੁਬਾਰਾ ਕਰੂੰਗਾ। ਮੈਂ ਇਹਨਾਂ ਨੂੰ ਸੈੱਟ ਕਰਕੇ ਰੱਖਦਾ, ਇਹ ਦੁਬਾਰਾ ਫਿਰ ਇਕੱਠੇ ਹੋ ਜਾਂਦੇ ਨੇ। ਸ਼ਾਇਦ ਇਹਨਾਂ 'ਚ ਜਾਨ ਕਹਿ ਸਕਦੇ ਆ, ਜਾਂ ਕੋਈ ਜਾਨ ਤਾਂ ਨਹੀਂ, ਤੇ ਪਥਰਾਟ ਬਣ ਗਏ ਇਹਨਾਂ 'ਚ, ਕੋਈ ਪਰ ਖਿੱਚ ਗ੍ਰੈਵਿਟੀ ਕੁਝ ਹੋ ਸਕਦੀ ਹੈ, ਕੋਈ ਇਦਾਂ ਦੀ ਗੱਲ ਹੋਵੇ। ਪਰ ਮੈਨੂੰ ਬਿਲਕੁਲ ਹਾਸੋ ਲੈਣੀ ਜੀ ਗੱਲ ਹੈ। ਵੈਸੇ ਤਾਂ ਦਰਸ਼ਕ ਕਹਿਣਗੇ ਵੀ ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ, ਪਰ ਇਹ ਮੇਰੇ ਸਾਹਮਣੇ ਹੁੰਦਾ ਜੀ, ਅਕਸਰ ਹੋ ਰਿਹਾ। ਦੇਖੋ ਗੱਲ ਇਹ, ਕੁਦਰਤ ਬਹੁਤ ਵਿਸ਼ਾਲ ਆ ਜੀ। ਸਾਇੰਸ ਉਹਦੇ ਮਗਰ ਸਾਇੰਸ ਹੋ ਸਕਦੀ ਹੈ ਕੋਈ ਨਾ ਕੋਈ, ਇਹ ਕੋਈ ਵੱਡੀ ਗੱਲ ਨਹੀਂ। ਜੋ ਵੀ ਦੁਨੀਆ ਤੇ ਕਹਿੰਦਾ ਉਹ ਤੇ ਖੋਜ ਦਾ ਵਿਸ਼ਾ ਹੁੰਦਾ ਹੈ ਨਾ, ਆਪਾਂ ਖੋਜ ਕਰ ਸਕਦੇ ਹਾਂ। ਸਾਇੰਸ ਹੈ, ਦੇਖੋ ਲੋਕਾਂ ਲਈ ਹਾਸੋ ਹੀਣੀ ਗੱਲ ਹੋ ਸਕਦੀ ਹੈ, ਪਰ ਕਿਸੇ ਨਾ ਕਿਸੇ ਗੱਲ ਦਾ ਕੋਈ ਤਰਕ ਜ਼ਰੂਰ ਹੁੰਦਾ ਉਹਦੇ ਪਿੱਛੇ। ਬਿਲਕੁਲ ਜੀ। ਜਦੋਂ ਕੋਈ ਆਪਾਂ ਨੂੰ ਸਮਝ ਨਾ ਆਵੇ ਚੀਜ਼, ਉਹਨੂੰ ਆਪਾਂ ਵਿਸ਼ਵਾਸ ਮੰਨ ਲੈਂਦੇ ਆ। ਇਹ ਸਾਰੇ ਲੋਕ ਨੇ ਜਿਹੜੇ ਆ ਪਏ ਨੇ, ਜਿੰਨੇ ਵੀ ਲੋਕ ਨੇ ਸਾਰੇ, ਇਹਨਾਂ ਦੀ ਚਾਬੀ ਇੱਥੋਂ ਲੱਗਦੀ ਹੈ ਅੱਗੋਂ ਜੀ। ਜਿੰਦਾ ਨੇ ਆ? ਹਾਂਜੀ, ਆ ਵੀ ਜਿੰਦੇ ਲੈ, ਤੁਸੀਂ ਕਾਫੀ ਦੇਖੇ ਹੋਣਗੇ ਜਿੰਦੇ। ਹਾਂਜੀ ਸਰ, ਇਦਾਂ ਪਾ ਕੇ ਘੁਮਾ ਕੇ, ਹੈ ਨਾ। ਤੁਹਾਡੀਆਂ ਕੁਝ ਇੰਟਰਵਿਊਜ਼ ਦੇ ਵਿੱਚ ਮੈਂ ਦੇਖੇ ਵੀ ਨੇ ਇਹ ਜੀ। ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ, ਜਿਹੜਾ ਵਿਰਾਸਤੀ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਾ ਰਹੇ ਹੋ। ਤੁਹਾਡਾ ਅਸਲ 'ਚ ਨਾ ਤੁਹਾਡੇ ਵਰਗੇ ਲੋਕਾਂ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਜੀ, ਸਾਂਭੇ ਚੀਜ਼ਾਂ। ਕਿਉਂਕਿ ਦੇਖੋ ਅਸੀਂ ਤਾਂ ਇਹਨੂੰ ਬਣਾ ਲਿਆ ਜੀ, ਬਣਾ ਕੇ ਗੂਗਲ ਦੇ ਉੱਤੇ ਅਸੀਂ ਇਹਨੂੰ ਪਾ ਦਿੱਤਾ, ਲੋਕੀ ਦੇਖਦੇ ਨੇ, ਫੋਨ ਤੇ ਦੇਖਦੇ ਨੇ ਜਾਂ ਸਾਡੀਆਂ ਇਮੇਜਸ ਦੇਖ ਲੈਂਦੇ ਨੇ, ਕਮੈਂਟ ਕਰਦੇ ਨੇ। ਪਰ ਤੁਸੀਂ ਲਿਜਾ ਕੇ ਲਾਈਵ ਲੋਕਾਂ ਨੂੰ ਜਿਹੜੀ ਚੀਜ਼ਾਂ ਦਿਖਾਉਂਦੇ ਹੋ, ਇਹ ਬਹੁਤ ਸ਼ਲਾਘਾਯੋਗ ਕੰਮ ਹੈ। ਅਸੀਂ ਚਾਹੁੰਦੇ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ। ਆ ਵੀ ਚਾਬੀ ਹੈ ਸਰ? ਇਹ ਵੀ ਚਾਬੀ ਹੈ, ਥੋੜਾ ਹਾਰਡ ਹੈ ਇਹ ਵੱਡੀ ਚਾਬੀ ਆ। ਇਹਦਾ ਕਿਲਿਆਂ ਦੀਆਂ ਚਾਬੀ ਸਰ। ਆਹ ਖੋਲ ਕੇ ਦਿਖਾ ਸਕਦੇ ਹੋ ਘੋੜਾ ਜਿਹਾ? ਮੈਂ ਕੋਸ਼ਿਸ਼ ਕਰਦਾ ਜੀ ਖੋਲਣ ਦੀ ਜੀ। ਚਲੇ ਆ ਵੀ ਕਾਫੀ ਦੇਰ ਤੋਂ ਖੋਲੇ ਨਹੀਂ ਨਾ ਜੀ ਇਹ। ਨਹੀਂ ਕੋਈ ਗੱਲ ਨਹੀਂ ਸਰ, ਚਾਬੀ ਇਹਦੀ ਬਾਹਰ ਨਿਕਲਦੀ ਹੈ ਜਿੱਥੋਂ। ਓਕੇ, ਇਹ ਚਾਬੀ ਇੱਥੋਂ, ਆ ਘੋੜਾ ਜਿਹਾ ਚਾਬੀ ਜਿੰਦਾ ਹੈ ਇਹ ਵੀ ਜੀ। ਇਹ ਲੋਕ ਨੇ ਸਾਰੇ। ਬਿਲਕੁਲ। ਇਹ ਕਿੱਥੋਂ ਲਿਆਂਦੇ ਸਰ ਫਿਲਮ? ਪੰਜਾਬ ਚੋਂ ਇਸ ਤਰ੍ਹਾਂ ਜੀ? ਬਸ ਇੰਡੀਆ ਲੈਵਲ ਤੋਂ ਨਹੀਂ, ਇਹ ਪੰਜਾਬ 'ਚ ਮਿਲ ਜਾਂਦੇ ਨੇ ਜੀ। ਅੱਜ ਕੱਲ ਵੀ ਮਿਲ ਜਾਂਦੇ ਨੇ ਕਿਤੇ ਨਾ ਕਿਤੋਂ, ਕੋਈ ਐਸੀ ਗੱਲ ਨਹੀਂ। ਆ ਕੱਛੂ ਕੁੰਮੇ ਜੀ, ਇਹ ਵੀ ਇਸ ਤਰ੍ਹਾਂ ਦੀ ਚਾਬੀ ਲੱਗਦੀ ਹੈ, ਬਾਹਰ ਨਿਕਲ ਜਾਂਦੇ ਨੇ। ਇਹਨਾਂ ਦੀ ਵੀ ਚਾਬੀ ਹੈ ਨਹੀਂ ਸੀ, ਫਿਰ ਮੈਂ ਜਿੰਦੇ ਵਾਲੇ ਤੋਂ ਬਣਵਾਈ ਸੀ ਚਾਬੀ ਦੀ ਜੀ। ਤੇ ਅੱਗੇ ਕਾਫੀ ਦੇਰ ਤੋਂ ਪਏ ਨੇ ਨਾ, ਵਰਕਿੰਗ 'ਚ ਨਹੀਂ ਹੈਗੇ ਜੀ ਇਹ। ਬਿਲਕੁਲ ਜੀ, ਬਿਲਕੁਲ। ਆਹ ਸੁਰਮੇਦਾਨੀਆਂ ਸਰ ਆ ਗਈਆਂ? ਇਹ ਸਾਰੀਆਂ ਸੁਰਮੇਦਾਨੀਆਂ ਨੇ ਜੀ। ਇਹਦੇ 'ਚ ਤੁਸੀਂ ਦੇਖੋਗੇ ਇਹਦੇ ਨਾਲ ਵੀ ਘੁੰਗਰੂ ਵਗੈਰਾ ਟੰਗੇ ਹੁੰਦੇ ਸੀਗੇ ਪਹਿਲਾਂ। ਟਾਈਮ ਹੈ ਇਹ ਸੁਰਮਚੂ ਹੈ ਜੀ। ਇਹ ਸੁਰਮ, ਇਹ ਤਾਂ ਫਿਰ ਵੱਡੀ ਅੱਖ 'ਚ, ਕਿਸੇ ਮੋਟੀ ਅੱਖ 'ਚ ਹੀ ਪੈਂਦਾ ਉਹ ਸੁਰਮਾ। ਪਹਿਲਾਂ ਅੱਖਾਂ ਮੋਟੀਆਂ ਹੁੰਦੀਆਂ ਸੀ ਸਾਰਿਆਂ ਦੀਆਂ, ਹਨਾ। ਗਾਣਿਆਂ 'ਚ ਵੀ ਮੋਟੀ ਅੱਖ ਦਾ ਜ਼ਿਕਰ ਹੁੰਦਾ ਸੀ ਨਾ, ਇਹ ਐਂ ਕਰਕੇ। ਔਰ ਇਹ ਪਿੱਤਲ ਦੀ ਹੈ? ਇਹ ਪਿੱਤਲ ਦੀ ਆ ਸੁਰਮਚੀ। ਲੈ, ਪਿੱਤਲ ਜਾਂ ਤਾਂਬੇ ਦੀਆਂ ਸੁਰਮੇਦਾਨੀਆਂ ਹੁੰਦੀਆਂ ਸੀਗੀਆਂ, ਸੁਰਮਚੂ ਹੁੰਦੇ ਸੀ। ਕਿਉਂਕਿ ਇਹਦੀ ਜਿਹੜੀ ਮੈਟਲ ਵੈਲਿਊ ਉਹ ਵੀ ਸਾਡੇ, ਜਿੱਦਾਂ ਅਸੀਂ ਪਿੱਤਲ ਦੇ ਭਾਂਡੇ 'ਚ ਖੰਡਦੇ ਸੀਗੇ ਤੇ ਉਹ ਮੈਟਲ ਵੈਲਿਊ ਸਾਡੇ ਅੰਦਰ ਜਾਂਦੀ ਸੀ। ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਹੈ ਤੇ ਲੋਹੇ ਦੀ ਵੀ ਬਣ ਸਕਦੀ ਸੀ। ਹਾਂ, ਮਤਲਬ ਉਹ ਉਹਦਾ ਫਾਇਦਾ ਹੀ ਹੋਵੇ ਜੀ ਤੁਸੀਂ ਪਾ ਰਹੇ ਹੋ, ਕੋਈ ਲੌਜਿਕ ਸੀ ਉਹਦੇ ਮਗਰ ਅੱਖਾਂ 'ਚ ਪਾਉਣ ਦਾ ਸੁਰਮਾ। ਜੀ ਸਰ, ਆਪਾਂ ਇੱਧਰ ਨੂੰ ਥੋੜਾ ਤੁਰ ਆਈਏ। ਇੱਧਰਲੇ ਪਾਸੇ ਸਰ ਫਿਰ ਪਥਰਾਟ ਆ ਗਏ, ਹੈ ਨਾ। ਇਹ ਸਾਰੇ ਫਿਰ ਉਹੀ ਐਮੋਨਾਈਟਸ ਨੇ ਜੀ। ਇਹ ਜੁਰੈਸਿਕ ਪੀਰੀਅਡ ਦੇ ਨੇ ਸਾਰੇ। 201 ਮਿਲੀਅਨ ਈਅਰ ਜੁਰੈਸਿਕ ਪੀਰੀਅਡ। 66 ਮਿਲੀਅਨ ਤੋਂ 201 ਮਿਲੀਅਨ ਇਹਨਾਂ ਦਾ ਪੀਰੀਅਡ ਹੈ। 6.5 ਕਰੋੜ ਤੋਂ ਲੈ ਕੇ 20 ਕਰੋੜ ਸਾਲ ਤੱਕ ਇਹ ਛੋਟੇ ਛੋਟੇ ਫੁੱਲ ਜਿਹੇ ਆ ਨਾ।
ਹਾਂ ਇਹ ਐਕਚੁਅਲੀ ਜਿਵੇਂ ਕੋਈ ਜੀਵ ਜੰਤੂ ਗੋਲ ਇਹ ਜੀਵ ਹੈ ਜੀ, ਉਹ ਤਾਂ ਜਿਹੜਾ ਹੈਗਾ ਉਹਦਾ ਆਪੋਜ਼ਿਟ ਜਿਹੜਾ ਇੰਪ੍ਰੈਸ਼ਨ ਉਹ ਇੱਧਰ ਇਹ ਆ ਜੀ। ਐਕਚੁਅਲੀ ਫੋਸਿਲ ਇਸ ਚੀਜ਼ ਆ ਫੋਸਿਲ ਹੈ ਜੀ, ਜਿਹੜਾ ਜੀਵ ਹੈਗਾ ਉਹ ਇਹ ਹੈਗਾ। ਜਦੋਂ ਪੱਥਰ ਦੇ ਵਿੱਚੋਂ ਮਿਲਦਾ ਹੈ ਤੇ ਮੈਂ ਤੁਹਾਨੂੰ ਇਹਦਾ ਇੱਕ ਕਲੈਂਪ ਵੀ ਦਿਖਾਣਾ, ਪੂਰਾ ਬਣਿਆ ਹੋਇਆ ਪੱਥਰ ਹੀ ਹੈ ਜਿੱਥੋਂ ਪਤਾ ਲੱਗਦਾ ਵੀ ਇਹਦੇ ਅੰਦਰ ਫੋਸਿਲ ਹੈ ਜੀ। ਸਰ ਆ ਵੀ ਜਿੰਦਿਆਂ ਦੀ ਕੈਟਾਗਰੀ ਹੋ ਗਈ। ਸਾਰੇ ਜਿੰਦੇ ਜੀ ਆਪਣੇ ਆਮ ਤੁਸੀਂ ਦੇਖੇ ਹੋਣਗੇ ਬਹੁਤ ਜਿੰਦੇ, ਮੈਂ ਤੁਹਾਡੇ ਇੰਟਰਵਿਊ ਵਿੱਚ ਬਿਲਕੁਲ ਜੀ, ਇਹ ਕਾਫੀ ਚੀਜ਼ਾਂ ਹੋ ਗਈਆਂ ਪੁਰਾਣੀਆਂ ਨੇ, ਕਾਫੀ ਸਾਰੇ ਲੋਕਾਂ ਨੇ ਗਿਫਟ ਕੀਤੇ ਨੇ। ਵਿੰਟੇਜ ਚਾਕਲੇਟ ਬਾਕਸ, ਹਾਂਜੀ ਇਹ ਐਕਚੁਅਲੀ ਵਰਲਡ ਵਾਰ ਦੇ ਵਿੱਚ ਇਹਨਾਂ ਨੇ ਰਾਣੀ ਨੇ ਚਾਕਲੇਟਸ ਪਾ ਕੇ ਵੰਡੀਆਂ ਸੀ ਇਹਨਾਂ ਨੂੰ, ਫੌਜੀਆਂ ਨੂੰ। ਅੱਛਾ, ਇਹ ਕਾਫੀ ਸਾਰੀਆਂ ਬਣੀਆਂ, ਉਸ ਤੋਂ ਬਾਅਦ ਵੀ ਬਹੁਤ ਦੇਰ ਤੱਕ ਚੱਲਦੀਆਂ ਰਹੀਆਂ ਇਹ। ਅੱਛਾ, ਚਾਕਲੇਟ ਬਾਕਸ ਨੇ ਰਾਣੀ ਨੇ ਵੰਡੀਆਂ ਫਸਟ ਵਰਲਡ ਵਾਰ ਟਾਈਮ। ਜੀ ਜੀ, ਤੋਂ ਇਹਦੇ ਚ ਪਈਆਂ ਸੀਗੀਆਂ, ਚਾਕਲੇਟ ਵੀ ਹੁੰਦੀਆਂ ਸੀ ਪਹਿਲਾਂ ਜੀ। ਤੇ ਉੱਤੇ ਸਾਰਾ ਕੀਤਲੀਆਂ ਹੋ ਗਈਆਂ, ਗਲਾਸ, ਟ੍ਰੈਡੀਸ਼ਨਲ ਸਾਰੇ ਭਾਂਡੇ ਨੇ ਸਾਡੇ ਘਰਾਂ ਦੇ ਜੋ ਸਾਡੇ। ਹਾਂਜੀ, ਮੈਨੂੰ ਲੱਗਦਾ ਥੋੜੀ ਸੀ ਸਮੁੰਦਰੀ ਚੀਜ਼ਾਂ ਤੇ ਕੰਮ ਜ਼ਿਆਦਾ ਕੀਤਾ, ਜਿਵੇਂ ਪੱਥਰ ਆਰਟ ਵਗੈਰਾ, ਜਿਵੇਂ ਸੀ ਸ਼ੈਲਸ। ਹਾਂ, ਸੀ ਸ਼ੈਲਸ ਮੇਰੇ ਕੋਲ ਕਾਫੀ ਕਲੈਕਸ਼ਨ ਹੈ ਜੀ, ਸਮੁੰਦਰੀ ਜੀਵ ਜੰਤੂਆਂ ਦਾ। ਇਹ ਸਾਰੇ ਸ਼ੀਸ਼ਲ ਨੇ ਡਿਫਰੈਂਟ ਤਰ੍ਹਾਂ ਦੇ ਜੀ, ਛੋਟੇ ਤੋਂ ਲੈ ਕੇ ਵੱਡੇ ਤੱਕ। ਜਿਸ ਤਰ੍ਹਾਂ ਵੀ ਸ਼ੰਖ ਦੇਖ ਰਹੇ ਸੀ ਬਾਹਰ, ਜੀ, ਉਹਨਾਂ ਦੀ ਵੈਰਾਈਟੀ ਹੈ। ਕੈਟਾਗਰੀ ਚ ਨੇ ਸਾਰੇ। ਤੇ ਆਹ ਸਟਾਰਫਿਸ਼ ਦਾ ਜੀ, ਬਿਲਕੁਲ ਬੜੇ ਪਿਆਰੇ ਤੇ ਖੂਬਸੂਰਤ ਆ ਹਨਾ ਚੀਜ਼ਾਂ। ਤੇ ਅੱਗੇ ਤੁਹਾਡੇ ਕੋਲ ਮੈਂ, ਹਾਂਜੀ ਸਰ, ਇਹ ਅਸੀਂ ਟੋਕਨਸ ਦੇਖ ਰਹੇ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਕੇ ਵੀ ਲੋਕ ਕਹਿੰਦੇ ਨੇ, ਪਰ ਇਹ ਉਹਨਾਂ ਦੇ ਟੋਕਨ ਨੇ। ਹਾਂਜੀ, ਬਾਲਾ ਮਰਦਾਨਾ ਜਿੱਦਾਂ ਉਹਨਾਂ ਦੇ ਨਾਲ। ਬਿਲਕੁਲ ਸਿੱਕੇ ਨਹੀਂ ਕਹਾਂਗੇ, ਇਹਨੂੰ ਟੋਕਨ ਕਹਾਂਗੇ, ਸਿਰਫ ਉਹਨਾਂ ਦੀ ਯਾਦ ਚ। ਮਹਾਰਾਜਾ ਰਣਜੀਤ ਸਿੰਘ ਦੇ ਤਾਂਬੇ ਦੇ ਪੈਸੇ ਨੇ ਜੀ। ਅਸਲ 'ਚ ਇੱਥੇ ਮੈਂ ਥੋੜੇ ਡਿਸਪਲੇ ਕੀਤੇ ਨੇ, ਬਾਕੀ ਸਾਰੇ ਮੇਰੇ ਐਲਬਮਸ ਦੇ ਵਿੱਚ ਜਾਂ ਬਾਕਸਸ ਦੇ ਵਿੱਚ ਰੱਖੇ। ਕਲੈਕਸ਼ਨ ਕਾਫੀ ਹੈ, ਇੱਕ ਸਿੰਬੋਲਿਕ ਬਸ ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੇ ਚਾਂਦੀ ਦੇ ਰੁਪਈਏ ਨੇ ਜੀ। ਇਹ ਮੇਰੇ ਕੋਲ ਥੋੜੀ ਕਲੈਕਸ਼ਨ ਹੈ, ਤੁਸੀਂ ਗਏ ਹੋਗੇ ਨਰਿੰਦਰਪਾਲ ਜੀ ਨੇ ਲੁਧਿਆਣੇ 'ਚ, ਮੇਰੇ ਦੋਸਤ ਨੇ, ਉਹਨਾਂ ਕੋਲ ਕਾਫੀ ਹੈ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ। ਉਹਨਾਂ ਨੂੰ ਇਹ ਸਿੱਖ ਕੋਇਨਸ ਬਾਰੇ ਬਹੁਤ ਨੌਲੇਜ ਹੈ ਜੀ, ਔਰ ਅੱਛੀ ਕਲੈਕਸ਼ਨ ਉਹਨਾਂ ਦੇ ਕੋਲੇ, ਗ੍ਰੰਥ, ਕਿਰਪਾਨਾਂ। ਹਾਂਜੀ, ਕਾਫੀ ਸਿੱਖ ਕੋਇਨਸ ਦੇ ਉੱਤੇ ਉਹਨਾਂ ਦੀ ਬਹੁਤ ਸਟੱਡੀ ਹੈ, ਔਰ ਕਾਫੀ ਉਹਨਾਂ ਨੇ ਸਾਡੇ ਵਰਗੇ ਲੋਕਾਂ ਨੂੰ ਜਾਗਰੂਕ ਕੀਤਾ, ਦੱਸਿਆ ਉਹਦੇ ਬਾਰੇ ਜੀ। ਹੁਣ ਵੀ ਗਾਹੇ ਲੋੜ ਪੈਂਦੀ ਤਾਂ ਅਸੀਂ ਉਹਨਾਂ ਦੀ ਗਾਈਡੈਂਸ ਜ਼ਰੂਰ ਲੈਂਦੇ ਹਾਂ ਸਰ। ਹਾਂਜੀ ਸਰ, ਇਹ ਚੀਜ਼ਾਂ ਕੀ ਨੇ ਪੱਥਰ ਦੀਆਂ? ਇਹ ਤਾਂ ਸੁਰਮਾ ਰਗੜਨ ਵਾਲਾ ਜੀ, ਜਿਹੜਾ ਸਾਡਾ ਉੱਤੇ ਪਿਆ ਹੈਗਾ, ਦੇਖ ਰਹੇ ਹਾਂ ਕਾਲੇ ਰੰਗ ਦਾ ਜੀ। ਇਹ ਹੁਣੇ ਥੋੜੇ ਦਿਨ ਪਹਿਲਾਂ ਕਿਸੇ ਨੇ ਮੈਨੂੰ ਗਿਫਟ ਕੀਤਾ ਮਿਊਜ਼ੀਅਮ ਵਾਸਤੇ। 100 ਸਾਲ ਤੋਂ ਪੁਰਾਣਾ ਹੈ। ਤੇ ਆਹ ਜਿਹੜਾ ਇਹਦੇ ਥੱਲੇ ਵੱਡਾ ਪੱਥਰ ਤੁਸੀਂ ਦੇਖ ਰਹੇ ਹੋ, ਆਹ ਚਟਣੀ ਕੁੱਟਣ ਨੂੰ ਜੀ, ਇਹ ਮਸਾਲਾ ਰਗੜਨ ਵਾਲਾ ਸਿਲ ਬੱਟਾ ਹੈ। ਆਹ ਚੀਜ਼ਾਂ ਹਨ। ਹਾਂਜੀ, ਇਹ ਕੁਸ਼ਾਨ ਪੀਰੀਅਡ ਦਾ ਤੇ ਮੇਰੇ ਆਪਣੇ ਪਿੰਡ ਚੋਂ, ਮੇਰੇ ਖੇਤ ਚੋਂ ਮਿਲਿਆ। ਤੇ ਸਰ ਆਹ ਕਿਹੜੀ ਭਾਸ਼ਾ ਲਿਖੀ ਆ? ਇਹ ਸਾਰੇ ਤਿੱਬਤਨ ਨੇ ਜੀ। ਤਿੱਬਤਨ ਤੇ ਆ ਪੱਥਰ ਇਹ ਵੀ ਤਿੱਬਤਨ ਨੇ ਜੀ, ਤਿੱਬਤਨ ਲੈਂਗੁਏਜ। ਤਿੱਬਤਨ ਲੈਂਗੁਏਜ ਉਹਨਾਂ ਦੇ ਮੰਤਰ ਲਿਖੇ ਹੋਏ ਨੇ ਇੱਥੇ। ਅੱਛਾ, ਉਹਨਾਂ ਦੇ ਮੰਤਰ ਨੇ ਧਾਰਮਿਕ, ਜੋ ਕੀ ਦੇ ਅਨੁਸਾਰ ਜੋ ਹਨਾ। ਇਹ ਵੀ ਬਹੁਤ ਪੁਰਾਣੀ। ਕਿੱਥੋਂ ਲੱਭਿਆ ਫਿਰ ਤੁਹਾਨੂੰ ਸਰ? ਇਹ ਤਾਂ ਅਸੀਂ ਪਹਾੜਾ ਜਾਂਦੇ ਜੀ, ਉੱਥੋਂ ਇੱਕ ਯਾਦਗਾਰ ਦੇ ਤੌਰ ਤੇ ਲਿਆ, ਇੱਥੇ ਲਿਆ ਕੇ ਡਿਸਪਲੇ ਕੀਤਾ। ਬਸ ਮੈਂ ਜਦੋਂ ਮੈਂ ਵੀ ਗਿਆ ਨਾ, ਮੈਂ ਵੀ ਕੋਈ ਨਾ ਕੋਈ ਚੱਕ ਕੇ ਲਿਆਉਂ, ਇੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ। ਵੈਲ, ਆਹ ਕੀ ਚੀਜ਼ਾਂ ਨੇ ਤੁਹਾਡੇ ਹੱਥ 'ਚ? ਇਹ ਹੈਗੇ ਬੀਡਸ, ਜਿੱਦਾਂ ਅਸੀਂ ਮਿੱਟੀ ਦੇ ਬੀਡ ਦੇਖੇ ਸੀ ਨਾ ਜੀ, ਉਸ ਤਰ੍ਹਾਂ ਇਹ ਦੂਜੇ ਜਿਊਲਰੀ ਦੇ ਵਿੱਚ ਯੂਜ਼ ਹੁੰਦੇ ਸੀ ਸਾਰੇ। ਅੱਛਾ, ਇਹ ਗਹਿਣਿਆਂ 'ਚ ਵਰਤੇ ਜਾਂਦੇ? ਗਹਿਣਿਆਂ 'ਚ ਵਰਤੇ ਜਾਂਦੇ ਸਾਰੇ। ਇਹ ਕਿੰਨਾ ਚਿਰ ਪੁਰਾਣੇ ਹੋਣਗੇ? ਇਹ ਸਾਰੇ BC ਪੀਰੀਅਡ ਹੈ ਜੀ, 2000 ਸਾਲ ਤੋਂ ਪੁਰਾਣੇ ਨੇ ਸਾਰੇ। ਅੱਛਾ, ਈਸਾ ਤੋਂ ਪਹਿਲਾਂ ਦੀਆਂ ਗੱਲਾਂ ਨੇ, ਈਸਵੀ ਸਨ ਤੋਂ। ਦੇਖੋ ਸਰ ਦਰਸ਼ਕੋ, ਇਹ ਪੁਰਾਣੇ ਨਿੱਕੇ ਨਿੱਕੇ ਸਟੋਨ, ਇਹ ਗਹਿਣੇ ਸੀ, ਖੂਬਸੂਰਤੀ ਸੀ। ਵਿਆਹ ਸ਼ਾਦੀਆਂ 'ਚ ਨਵੀਆਂ ਵਿਆਹੀਆਂ ਸ਼ਾਇਦ ਇਹ ਪਾਉਂਦੀਆਂ ਹੋਣਗੀਆਂ ਹਨਾ। ਬਿਲਕੁਲ ਜੀ, ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੋਊਗਾ, ਕਿਉਂਕਿ ਕੰਮ ਧੰਦੇ ਵਾਲੇ ਨੂੰ ਇੰਨੇ ਕਿੱਥੇ ਪਾਉਣ ਦੀ ਵਿਹਲ ਮਿਲਦੀ ਹੋਣੀ ਆ। ਰਾਣੀਆਂ ਦੇ ਕੰਮ ਤਾਂ ਉਸ ਟਾਈਮ ਬਹੁਤ ਹੁੰਦਾ ਸੀ ਜੀ। ਬਿਲਕੁਲ, ਅੱਜ ਕੱਲ੍ਹ ਟਾਈਮ ਨਹੀਂ ਲੋਕਾਂ ਕੋਲ ਸ਼ਿੰਗਾਰ ਕਰਨ ਦਾ। ਖੂਬਸੂਰਤ ਦਿਖਣਾ ਸਭ ਦੀ ਪਸੰਦ ਆ, ਭਾਵੇਂ ਤਕੜਾ ਜਾਂ ਕੋਈ ਮਾੜਾ। ਤੁਸੀਂ ਗੱਲ ਕੀਤੀ ਸੀ ਸ਼ੁਰੂ 'ਚ ਪਟਿਆਲਾ ਰਿਆਸਤ ਦੀ ਜੀ, ਤੋਂ ਇਹ ਪਟਿਆਲਾ ਸਟੇਟ ਦੇ ਸਿੱਕੇ ਨੇ ਸਾਰੇ। ਬਾਬਾ ਆਲਾ ਸਿੰਘ ਦਾ ਕੋਇਨ ਹੈ ਜੀ। ਉਸ ਤੋਂ ਬਾਅਦ ਮਹਾਰਾਜਾ ਅਮਰ ਸਿੰਘ ਆਏ ਜੀ, ਮਹਾਰਾਜਾ ਸਾਹਿਬ ਸਿੰਘ ਆਏ ਜੀ, ਫਿਰ ਕਰਮ ਸਿੰਘ, ਫਿਰ ਮਹਾਰਾਜਾ ਕਰਮ ਸਿੰਘ ਆਏ, ਫਿਰ ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਆਏ, ਫਿਰ ਮਹਾਰਾਜਾ ਮਹਿੰਦਰ ਸਿੰਘ, ਫਿਰ ਰਜਿੰਦਰ ਸਿੰਘ ਜੀ। ਇਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਇੱਕ 골ਡ ਮੋਹਰ ਜਿਹੜੀ ਮੈਨੂੰ ਹੁਣ ਪਿਛਲੇ ਟਾਈਮ 'ਚ ਮਿਲੀ ਹੈ, ਉਹ ਇੱਥੇ ਡਿਸਪਲੇ 'ਚ ਨਹੀਂ ਮੈਂ ਲਾਈ ਜੀ। ਇਹ ਪਟਿਆਲਾ ਰਿਆਸਤ ਦੇ। ਇਸ ਤੋਂ ਬਾਅਦ ਜੀਂਦ ਰਿਆਸਤ ਦੇ ਸਿੱਕੇ ਨੇ, ਮਹਾਰਾਜਾ ਗਜਪਤ ਸਿੰਘ ਦੇ, ਕੈਥਲ ਦੇ ਨੇ ਜੀ। ਇਹ ਸਾਰੀਆਂ ਸਿੱਧੂ ਹੀ ਸੀਗੇ ਸਾਰੇ ਗੋਤ ਵਜੋਂ ਵੀ ਜੀ। ਇਹ ਸਾਰੇ ਡਿਫਰੈਂਟ ਕੋਇਨਸ ਜਿਹੜੇ ਤੁਸੀਂ ਤੁਹਾਡੇ ਪਿੱਛੇ ਵੀ ਦੇਖ ਰਹੇ ਹੋ ਜੀ, ਜਿਹਨਾਂ 'ਚ ਮੁਗਲ ਕੋਇਨਸ ਨੇ, ਕੋਈ ਸੁਲਤਾਨ ਨੇ, ਐਂਸ਼ੀਐਂਟ ਕੋਇਨਸ ਨੇ ਜੀ ਜੀ। ਕਾਫੀ ਕਲੈਕਸ਼ਨ ਤੁਹਾਡੀ ਵੱਡੀ ਹੈਗੀ। ਬ੍ਰਿਟਿਸ਼ਰਸ ਨੇ, ਤੁਸੀਂ ਬ੍ਰਿਟਿਸ਼ ਇੰਡੀਆ ਤੁਸੀਂ ਦੇਖ ਰਹੇ ਹੋ ਕਿ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਜੀ ਜਾਰਜ 6 ਤੱਕ ਮੈਂ ਡਿਸਪਲੇ ਕੀਤੇ ਨੇ ਕੋਇਨ ਇਹ। ਬਿਲਕੁਲ ਬਿਲਕੁਲ ਦਰਸ਼ਕੋ, ਤੁਸੀਂ ਦੇਖਦੇ ਈਸਟ ਇੰਡੀਆ ਕੰਪਨੀ ਦੇ ਸਿੱਕੇ ਵੀ ਪਏ ਨੇ, ਕਿਉਂਕਿ ਸਿੱਕਿਆਂ ਤੇ ਆਪਾਂ ਦਰਸ਼ਕੋ ਪਹਿਲਾਂ ਵੀ ਗੱਲਾਂ ਬਾਤਾਂ ਕਰ ਚੁੱਕੇ ਹਾਂ, ਇਸ ਕਰਕੇ ਮੈਂ ਥੋੜਾ ਜਿਹਾ ਉਸ ਚੀਜ਼ ਤੇ ਘੱਟ ਗੌਰ ਕਰ ਰਿਹਾ ਵਾਂ। ਤੇ ਇਹਦੇ ਨਾਲ ਦੇਖਦੇ ਹੋ ਤੁਸੀਂ ਕੀ ਚੀਜ਼ ਕੀ ਆ ਹਨਾ, ਪਰਖ ਨਾਲ। ਇਹਦੇ 'ਚ ਮੈਨੂੰ ਹੁਣ ਇੱਕ ਵਿੰਟੇਜ ਵੀ ਮਿਲਿਆ ਹੈਗਾ ਇੰਗਲੈਂਡ ਦਾ ਜੀ, ਲੈਦਰ ਕੇਸ ਦੇ ਵਿੱਚ ਹੈ। ਅੱਛਾ, ਇਹ ਪੁਰਾਣਾ ਵਾ ਜੀ, 1941 1941 1941।
1941 ਦਾ ਇਹ ਦਰਸ਼ਕੋ ਬਰੀਕੀ ਨਾਲ ਦੇਖਣ ਵਾਸਤੇ ਮੈਂ ਦੇਖਾਂ ਕੀ ਚੀਜ਼ ਇਹਦੇ ਵਰਕ ਕਰਦਾ ਸ਼ੀਸ਼ੇ ਦੀ ਕਰਾਮਾਤ ਸੀ ਨਾ ਬਿਲਕੁਲ ਬਹੁਤ ਪੁਰਾਣਾ ਰੀਅਰ ਰਹਾ ਨਾ ਸ਼ਾਇਦ ਇਹ ਚੀਜ਼ਾਂ ਬਹੁਤ ਘੱਟ ਨਹੀਂ ਕਿਸੇ ਕੋਲੇ ਸਰ ਇੱਕ ਇੱਧਰਲੇ ਪਾਸੇ ਥੋੜੇ ਪੱਖੇ ਪਏ ਨਿੱਕੇ ਨਿੱਕੇ ਜੇ ਆਹਾ ਇਹ ਪੱਖਾ ਜੀ ਇਟਲੀ ਦਾ ਹੈ ਮਰੈਲੀ ਇਟਲੀ ਦਾ ਹਾਂਜੀ ਇਹ ਚੱਲਦਾ ਹੈ ਵਰਕਿੰਗ ਕੰਡੀਸ਼ਨ ਚ ਅੱਛਾ ਚੱਲਦਾ ਹਜੇ ਵੀ ਜੀ ਜੀ ਲੈ ਵੀ ਇਟਲੀ ਵਾਲੇ ਪੱਖੇ ਦੀ ਹਵਾ ਤਾਂ ਲਈਏ ਤੇ ਆਵਾਜ਼ ਵੀ ਨਹੀਂ ਕਰਦਾ ਵਾਲੀ ਸਰ ਇਹ ਇਹਨੂੰ ਰਿਸਟੋਰ ਕਰਾਇਆ ਗਿਆ ਕਿਉਂਕਿ ਵਰਕਿੰਗ ਚ ਨਹੀਂ ਸੀਗਾ ਕਿਹੜੇ ਸੰਨ ਦਾ ਹੋ ਸਕਦਾ ਇਹ ਤਕਰੀਬਨ 100 ਸਾਲ ਪੁਰਾਣਾ ਜੀ 100 ਸਾਲ ਪੁਰਾਣਾ ਬਿਜਲੀ ਦਾ ਪੱਖਾ ਇਟਲੀ ਦਾ ਬਣਿਆ ਹੋਇਆ ਭਾਈ ਤੇ ਇਟਲੀ ਪੈਰਿਸ ਇਹ ਸਾਰੇ ਫੈਸ਼ਨ ਤੇ ਤਕਨੀਕ ਦੇ ਪੱਖੋਂ ਹਨਾ ਬਹੁਤ ਵੱਡੇ ਮੰਨੇ ਗਏ ਉਸ ਟਾਈਮ ਇੰਡੀਅਨ ਕੰਪਨੀਆਂ ਤਾਂ ਜ਼ਿਆਦਾ ਹੈ ਨਹੀਂ ਸੀਗੀਆਂ ਬਾਹਰਲੇ ਹੁੰਦੇ ਸੀ ਤਕਰੀਬਨ ਯਾਰ ਚੱਲਦਾ ਲੈ ਵਧੀਆ ਮੈਂ ਕਹਿੰਦਾ ਸਰ ਤੁਸੀਂ ਆਹ ਲਾ ਕੇ ਬੈਠਿਆ ਕਰੋ ਮੈਂ ਗਰਮੀਆਂ 'ਚ ਇਹੀ ਸੇ ਨੂੰ ਯੂਜ਼ ਕਰਦਾ ਆਹ ਦੇਖੋ ਚੱਲਦਾ ਜਦੋਂ ਮੈਂ ਇੱਥੇ ਕੰਮ ਕਰਦਾ ਮੈਂ ਇਹੀ ਲਾ ਕੇ ਬੈਠਦਾ ਹਾਂ ਇਟਲੀ ਦਾ ਪੱਖਾ ਦਰਸ਼ਕੋ ਇਹ ਕਰਦੇ ਜੀ ਬੰਦ ਮੈਂ ਆ ਲੈ ਆ ਬੰਦ ਹੋ ਗਿਆ ਤੇ ਨਾਲੇ ਆਪਦੀ ਵਾਲੀ ਧੌਣ ਜੀ ਘਮਾਈ ਜਾਂਦਾ ਵਾ ਹਵਾ ਦੇਈ ਜਾਂਦਾ ਸਰ ਕੰਮ ਕਰ ਦਿੰਦੇ ਮਿਸਤਰੀ ਦਾ ਸਮਾਨ ਫਿਰ ਮਿਲ ਜਾਂਦਾ ਕੁਝ ਕਾਰੀਗਰ ਪੁਰਾਣੇ ਹੈਗੇ ਜਿਹੜੇ ਜਿਨ੍ਹਾਂ ਤੋਂ ਜਿਸ ਤੋਂ ਮੈਂ ਕਰਵਾ ਕੇ ਲਿਆਇਆ ਜਿੱਥੋਂ ਆਸ ਉਮੀਦ ਆ ਵੀ ਮੋਟਰ ਜਿਹੜੀ ਖਰਾਬ ਸੀ ਜੀ ਔਰ ਇਲੈਕਟ੍ਰੀਕਲ ਦੀ ਪ੍ਰੋਬਲਮ ਸੀ ਅੰਦਰ ਥੋੜਾ ਜਿਹਾ ਕਰੰਟ ਲੀਕੇਜ ਸੀ ਉਹ ਸਾਰਾ ਉਹਨੇ ਠੀਕ ਕਰਤਾ ਅੱਛਾ ਹੋ ਗਿਆ ਡਨ ਤੇ ਆਹ ਸਰ ਕੀ 올ਡ ਇਹ ਵੀ 5 ਸੇਰ ਦਾ ਵੱਟਾ ਜੀ ਇਹ ਵੀ ਕਿਸੇ ਨੇ ਗਿਫਟ ਕੀਤਾ ਮੇਰੇ ਮਿੱਤਰ ਨੇ ਪੱਥਰ ਦਾ ਹੈ ਨਾ ਇਹ ਵੀ ਪੱਥਰ ਹੋ ਗਿਆ ਇਹਨਾਂ 'ਚ ਪਹਿਲਾਂ ਪੱਥਰ ਦੇ ਆਮ ਹੁੰਦੇ ਸੀ ਜੀ ਸਾਮੰਤ ਦੇਵ ਦੇ ਸਿੱਕੇ ਨੇ 1000 ਸਾਲ ਪੁਰਾਣੇ ਨੇ 1000 ਸਾਲ ਪੁਰਾਣੇ ਸਿੱਕੇ ਆ ਜਦੋਂ ਕਾਬਲ ਦੇ ਉੱਤੇ ਹਿੰਦੂ ਰਾਜਿਆਂ ਦਾ ਰਾਜ ਹੁੰਦਾ ਸੀਗਾ ਜੀ ਜੀ ਉਹ ਨਾਲ ਬਹਿਰਾਮ ਸ਼ਾਹ ਦੇ ਤੁਸੀਂ ਦੇਖ ਰਹੇ ਹੋ 800 ਸਾਲ ਪੁਰਾਣੇ ਨੇ ਦਿੱਲੀ ਸੁਲਤਾਨ ਬਹਿਰਾਮ ਸ਼ਾਹ ਉਹਨਾਂ ਦੇ ਹੈਗੇ ਸਿੱਕੇ ਉਹਨਾਂ ਦੇ ਬਿਲਕੁਲ ਸਰ ਇੱਕ ਪੱਖਾ ਤੁਹਾਡਾ ਉਹ ਵੀ ਪਿਆ ਵਾ ਮੇਨ ਕਲੈਕਸ਼ਨ ਜਿਹੜੀ ਮੇਰੀ ਸਿੱਕਿਆਂ ਦੀ ਹੈ ਉਹ ਐਲਬਮਸ ਦੇ ਵਿੱਚ ਲਗਾਈ ਹੋਈ ਹੈ ਬਿਲਕੁਲ ਜਿੱਦਾਂ ਦੇ ਸ਼ੌਕ ਦਾ ਕੋਈ ਆਉਂਦਾ ਫਿਰ ਉਹਦੇ ਅੱਗੇ ਐਲਬਮ ਉਹਦੇ ਰੱਖ ਦਿੰਦੇ ਨੇ ਬਹੁਤ ਬਰੀਕ ਬੀਨੀ ਵਾਲਾ ਕੰਮ ਹੁੰਦਾ ਜੀ ਜਿਹੜਾ ਸਿੱਕਿਆਂ ਕਿਉਂਕਿ ਫਿਰ ਕੋਇਨਸ ਮੇਰੇ ਕੋਲ ਫੋਰਨ ਕਰੰਸੀ ਹੈ 200 ਦੇ ਕਰੀਬ ਕੰਟਰੀਜ਼ ਦੀ ਨੋਟ ਨੇ ਜੀ ਉਹ ਫਿਰ ਜਦੋਂ ਕੋਈ ਫੋਰਨ ਕਰੰਸੀ ਵਾਲਾ ਬੰਦਾ ਆਉਂਦਾ ਤੇ ਫਿਰ ਅਸੀਂ ਉਹਨਾਂ ਨੂੰ ਉਹ ਐਲਬਮ ਦਿਖਾ ਦਿੰਦੇ ਹਾਂ ਜੀ ਸਰ ਇਹ ਪੱਖੇ ਦੀ ਕੀ ਖਾਸੀਅਤ ਆ ਇਹ ਵੀ ਪੁਰਾਣਾ ਪੱਖਾ ਹੈ ਜੀ ਕਾਫੀ ਪੁਰਾਣਾ ਇਹ ਮੈਨੂੰ ਗਿਫਟ ਮਿਲਿਆ ਹੈ ਜੀ ਗਿਫਟ ਕੀਤਾ ਹੋਇਆ ਸਰ ਕਿਸੇ ਨੇ ਮਿਊਜ਼ੀਅਮ ਲਈ ਗਿਫਟ ਕੀਤਾ ਜੀ ਤੇ ਬੜੀਆਂ ਕਮਾਲ ਦੀਆਂ ਚੀਜ਼ਾਂ ਨੇ ਤੁਹਾਡੇ ਕੋਲੇ ਇਹ ਸਾਰੇ ਹੁੱਕੇ ਨੇ ਜਿਹੜੇ ਉੱਪਰ ਤੁਸੀਂ ਦੇਖ ਰਹੇ ਹੋ ਆ ਹੁੱਕੇ ਇਹ ਹੁੱਕੇ ਨੇ ਨਿੱਕੇ 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 ਨਾਲ ਲਿਜਾਣ ਵਾਸਤੇ ਦੇਖ ਕੇ ਤੇ ਕੋਈ ਇਸ ਤੋਂ ਵੀ ਛੋਟੇ ਹੁੰਦੇ ਸੀਗੇ ਇੱਕ ਅੰਬੀ ਜੀ ਵਾਲਾ ਹੁੱਕਾ ਹੁੰਦਾ ਸੀ ਹੁੱਕਾ ਹੁੰਦਾ ਸੀਗਾ ਜੀ ਬਿਲਕੁਲ ਹਰਨੇ ਕਿੱਧਰਲੇ ਪਾਸੇ ਆ ਜੀ ਅੰਬੀ ਹੁੱਕਾ ਆ ਵੀ ਕੈਮਰੇ ਨੇ ਪੁਰਾਣੇ ਇਹ ਵੀ ਸਰ ਕੋਲ ਇਹ ਕਿਸੇ ਨੇ ਗਿਫਟ ਕੀਤਾ ਮੈਨੂੰ ਪਟਿਆਲੇ ਜੀ ਇੱਕ ਮੇਰੇ ਦੋਸਤ ਨੇ ਲੁਧਿਆਣੇ ਇਹ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀਗਾ ਜੀ ਬੜੀਆਂ ਸੋਹਣੀਆਂ ਚੀਜ਼ਾਂ ਕਮਾਲ ਦੀਆਂ ਚੀਜ਼ਾਂ ਨੇ ਤੁਹਾਡੇ ਕੋਲੇ ਆ ਇਹ ਤਾਂ ਬੈਲ ਇਹ ਵੀ ਬੈਲ ਆ ਵਧੀਆ ਚੀਜ਼ ਇਹ ਖਰਾਬ ਹੀ ਨਹੀਂ ਹੁੰਦੀ ਹੋਣੀ ਦਫ਼ਤਰਾਂ 'ਚ ਇਹਦਾ ਬੈਲ ਦਾ ਐਕਚੁਅਲੀ ਇਹ ਬਹੁਤ ਪੁਰਾਣੀ ਬੈਲ ਸੀ ਜੀ ਪਰ ਉਹ ਸੱਜਣ ਨੇ ਬੜੀ ਗਲਤੀ ਕੀਤੀ ਕਿ ਗਿਫਟ ਦੇਣੀ ਹੈ ਮਿਊਜ਼ੀਅਮ ਦੇ ਵਿੱਚ ਉਹਨੇ ਇਹਨੂੰ ਪਾਲਿਸ਼ ਕਰਾ ਕੇ ਦਿੱਤਾ ਸ਼ਿੰਗਾਰ ਕੇ ਦੇਤਾ ਮੈਂ ਦਰਸ਼ਕੋ ਇੱਥੇ ਤੁਹਾਨੂੰ ਇੱਕ ਬੇਨਤੀ ਕਰੂੰਗਾ ਜੀ ਹਮੇਸ਼ਾ ਚੀਜ਼ ਭਾਵੇਂ ਕੋਈ ਰਫ ਜੀ ਹੋ ਜੇ ਮਤਲਬ ਖਰਾਬ ਹੋ ਜੇ ਕੁਝ ਵੀ ਹੋਏ ਉਹਨੂੰ ਉਵੇਂ ਓਰੀਜਨਲ ਹੀ ਰੱਖੋ ਉਹਦਾ ਜ਼ਿਆਦਾ ਮੁੱਲ ਜਦੋਂ ਤੁਸੀਂ ਲਿਸ਼ਕਾਉਣ ਦੇ ਚੱਕਰ 'ਚ ਪੈਂਦੇ ਹੋ ਉਹਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਵੈਲਿਊ ਖਤਮ ਹੋ ਜਾਂਦੀ ਹੈ ਤੇ ਇੱਥੇ ਮੈਂ ਬੇਨਤੀ ਕਰੂ ਜਿਵੇਂ ਕਿ ਕਿਲੇ ਵੀ ਆ ਤੁਹਾਡੇ ਨੇੜੇ ਤੇ ਉਹਨੂੰ ਹੂਬਹੂ ਉਵੇਂ ਹੀ ਰੱਖ ਲਓ ਜੇ ਕੋਈ ਕਰਦਾ ਵੀ ਤੁਹਾਨੂੰ ਭਾਈ ਰੋਕ ਦਿਓ ਭਰਾ ਵੀਰ ਬਣ ਕੇ ਕੰਮ ਨਾ ਕਰੋ ਓਰੀਜਨਲ ਹੀ ਰੱਖੋ ਇਹ ਇੱਕ ਅਖਬਾਰ ਹੈ ਜੀ ਮੇਰੇ ਕੋਲੇ ਵੀਕਲੀ ਅਖਬਾਰ 25 ਮਾਰਚ 1931 ਦਾ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦ ਭਗਤ ਸਿੰਘ ਦੀ ਨਿਊਜ਼ ਲੱਗੀ ਇਹਦੇ ਤੇ ਭਗਤ ਸਿੰਘ ਆਦਿ ਕੋ 24 ਜਾਂ 25 ਮਾर्च को फांसी लगेगी ਅੱਛਾ ਵੱਡੀ ਖਬਰ ਸੀ ਭਗਤ ਸਿੰਘ की लिखा हिंदी भगत सिंह आदि को 24 या 25 मार्च को फांसी लगेगी पंजाब भर में पुलिस का विशेष प्रबंध भगत सिंह के मिलने की आज्ञा नहीं मिली जी लाश भी शायद कुटुंबियों को नहीं मिलेगी ਇਹਦੇ 'ਚ ਇੱਕ ਗਾਂਧੀ ਦਾ ਵੀ ਬਿਆਨ ਲੱਗਿਆ ਹੈ ਉਹਨਾਂ ਨੇ ਇੱਕ ਰੈਲੀ ਕਰਨੀ ਸੀ ਉਹ ਪੋਸਟਪੋਨ ਕਰ ਦਿੱਤੀ ਕਿ ਸ਼ਾਇਦ ਭਗਤ ਸਿੰਘ ਨੂੰ ਫਾਂਸੀ ਹੋਣ ਵਾਲੀ ਹੈ ਉਹਨਾਂ ਨੇ ਫਿਰ 2 ਦਿਨ ਪਹਿਲਾਂ ਲਾਤੀ ਸੀ ਬਿਲਕੁਲ ਤੇ ਇਹ ਉਸ ਟਾਈਮ ਵੀਕਲੀ ਅਖਬਾਰ ਤੇ ਜਿਹੜੇ ਦਿਨ ਦੀ ਨਿਊਜ਼ ਜਾਂਦੀ ਸੀ ਉਸੇ ਦਿਨ ਦੀ ਨਿਊਜ਼ ਉੱਥੇ ਪ੍ਰਿੰਟ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਬਹੁਤ ਕਮਾਲ ਚੀਜ਼ ਆ ਆ ਕਿ 골ਡ ਲੀਫ ਵਰਕ ਔਨ ਮਾਰਬਲ ਦੇ ਉੱਤੇ 골ਡ ਦਾ ਕੰਮ ਕੀਤਾ ਹੈ ਜੀ ਅੱਛਾ ਮਾਰਬਲ ਆ ਦੇ ਤੇ ਸੋਨੇ ਦੀ ਕਢਾਈ ਕਿ ਚਿੱਤਰਕਾਰੀ ਕੀਤੀ ਹੈ ਜਿਵੇਂ ਅਸੀਂ ਵਰਕ ਲਾਉਂਦੇ ਨਾ ਚਾਂਦੀ ਦਾ ਇਸ ਤਰ੍ਹਾਂ ਇਹ 골ਡ ਦਾ ਹੁੰਦਾ ਜੀ ਜੀ ਤੇ ਸਰ ਤੁਹਾਡਾ ਤਹਿ ਦਿਲੋਂ ਧੰਨਵਾਦ ਬੜਾ ਕੁਝ ਸਾਨੂੰ ਸਿੱਖਣ ਨੂੰ ਦੇਖਣ ਨੂੰ ਮਿਲਿਆ ਤੇ ਯਕੀਨ ਸਾਡੇ ਦਰਸ਼ਕ ਵੀ ਖੁਸ਼ ਹੋ ਗਏ ਹੋਣਗੇ ਵੀ ਇੰਨਾ ਕਮਾਲ ਦਾ ਸਮਾਨ ਤੇ ਸਰ ਰੂਹ ਖੁਸ਼ ਹੋ ਗਈ ਜੀ ਤੁਹਾਨੂੰ ਮਿਲ ਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਸਾਡੀ ਹੈਰੀਟੇਜ ਹੈ ਵਿਰਾਸਤ ਹੈ ਜੀ ਇਹਨੂੰ ਸਾਂਭ ਕੇ ਰੱਖਿਆ ਜਾਵੇ ਅਗਲੀ ਪੀੜ੍ਹੀ ਲਈ ਕਿਉਂਕਿ ਮੇਰੇ ਮਿਊਜ਼ੀਅਮ ਦੀ ਜਿਹੜੀ ਟੈਗ ਲਾਈਨ ਹੈ ਉਹ ਇਹੀ ਹੈ ਪ੍ਰੀਜ਼ਰਵਿੰਗ ਹੈਰੀਟੇਜ ਫॉर ਨੈਕਸਟ ਜਨਰੇਸ਼ਨ ਉਹ ਮੇਰੇ ਹਰ ਇੱਕ ਜਗ੍ਹਾ ਦੇ ਉੱਤੇ ਪ੍ਰਿੰਟ ਕੀਤੀ ਹੋਈ ਹੈ ਔਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਗੂਗਲ ਦੇ ਉੱਤੇ ਐਂਟੀਕ ਮਿਊਜ਼ੀਅਮ ਪਟਿਆਲਾ ਦੀ ਲੋਕੇਸ਼ਨ ਤੁਸੀਂ ਸਰਚ ਕਰੋਗੇ ਸਭ ਤੋਂ ਪਹਿਲਾਂ ਇਹ ਸਰਚ ਦੇ ਵਿੱਚ ਆਉਂਦਾ ਹੈ ਔਰ ਦੂਸਰੀ ਗੱਲ ਜਿਹੜੀ ਮੇਰੇ ਲਈ ਬੜੇ ਮਾਣ ਵਾਲੀ ਹੈ
ਉਹ ਇਹ ਹੈ ਕਿ ਪਟਿਆਲੇ ਦੇ ਵਿੱਚ ਕਿਲ੍ਹਾ ਮੁਬਾਰਕ ਔਰ ਸ਼ੀਸ਼ ਮਹਿਲ 2 ਮਿਊਜ਼ੀਅਮ ਨੇ ਜੀ ਜਿਹੜੇ ਕਾਫੀ ਦੇਰ ਤੋਂ ਰਿਪੇਅਰ ਦੇ ਨਾਂ ਤੇ ਬੰਦ ਪਏ ਨੇ। ਜੀ ਦੋਨਾਂ ਤੋਂ ਮੇਰੇ ਮਿਊਜ਼ੀਅਮ ਦੀ ਜਿਹੜੀ ਰੇਟਿੰਗ ਹੈ ਗੂਗਲ ਦੇ ਉੱਤੇ ਉਹ ਜ਼ਿਆਦਾ ਹੈ। 4.8 ਆਊਟ ਆਫ 5 ਹੈ ਜੀ। ਜੀ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਕਿ ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਉਹ ਇੱਥੇ ਸੈਲੀਬ੍ਰੇਟ ਹੋਇਆ 2 ਵਾਰੀ ਇਸ ਮਿਊਜ਼ੀਅਮ 'ਚ, ਆਨਲਾਈਨ ਰਜਿਸਟ੍ਰੇਸ਼ਨ ਹੋਈ ਹੈ ਜੀ ਔਰ ਉਹਦੀ ਜਿਹੜੀ ਗਰੁੱਪ ਪਿਕਚਰ ਸਾਡੀ ਸੀ ਉਹ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮਸ ਪੈਰਿਸ ਦੇ ਵਿੱਚ ਹੈ। ਜੀ ਉਹਨਾਂ ਦੀ 2019 ਦੀ ਰਿਪੋਰਟ ਦੇ ਵਿੱਚ ਪ੍ਰਿੰਟ ਕੀਤੀ ਗਈ। 2020 ਦਾ ਜਿਹੜਾ ਇੰਡੀਆ ਹੈਰੀਟੇਜ ਵਾਕ ਯੂਨੈਸਕੋ ਨੇ ਕਰਾਈ ਸੀ ਉਹ ਵੀ ਇੱਥੇ ਪ੍ਰਿੰਟ ਹੋਈ, ਇੱਥੇ ਸਾਡੇ ਸੈਲੀਬ੍ਰੇਟ ਹੋਈ। ਉਹਦੀ ਵੀ ਜਿਹੜੀ ਰਿਪੋਰਟ ਹੈਗੀ 2020 ਦੀ, ਉਹਦੇ 'ਚ ਇਸ ਮਿਊਜ਼ੀਅਮ ਦੀ ਫੋਟੋ ਜਿਹੜੀ ਉਹਨਾਂ ਨੇ ਪ੍ਰਿੰਟ ਕੀਤੀ। 32 ਐਕਟੀਵਿਟੀਜ਼ ਨਾਰਥ ਇੰਡੀਆ ਦੇ ਹੋਈਆਂ ਸੀ, ਜਿਨ੍ਹਾਂ 'ਚੋਂ 6 ਫੋਟੋ ਉਹਨਾਂ ਨੇ ਪ੍ਰਿੰਟ ਕੀਤੀਆਂ ਸੀ। ਪਹਿਲੀ ਫੋਟੋ ਇਸ ਮਿਊਜ਼ੀਅਮ ਦੀ ਸੀ। ਸੋ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਸਿੰਗਲ ਕੋਈ ਇਨਸਾਨ ਜਿਹੜਾ ਹੈਗਾ ਜੀ ਆਪਣੇ ਵਿਰਸੇ ਨੂੰ ਸੰਭਾਲਣ ਦੀ ਕੰਮ ਕਰ ਰਿਹਾ, ਤੇ ਤੁਸੀਂ ਇਹਦੇ 'ਚ ਸਹਿਯੋਗ ਜ਼ਰੂਰ ਦਿਓ। ਤੁਹਾਡੇ ਕੋਲ ਅਗਰ ਕੋਈ ਚੀਜ਼ ਇਦਾਂ ਦੀ ਘਰ 'ਚ ਪਈ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਤੁਸੀਂ ਨਹੀਂ ਰੱਖ ਸਕਦੇ, ਤੁਹਾਡੇ ਲਈ ਫਾਲਤੂ ਹੈ, ਜੀ ਉਹਨੂੰ ਵੇਚੋ ਨਾ, ਇਸ ਮਿਊਜ਼ੀਅਮ ਨੂੰ ਡੋਨੇਟ ਕਰੋ। ਇੱਥੇ ਆ ਕੇ ਬਹੁਤ ਲੋਕੀ ਆਉਂਦੇ ਨੇ, ਰਿਸਰਚ ਸਕਾਲਰਸ ਆਉਂਦੇ ਨੇ, ਬੱਚੇ ਆਉਂਦੇ ਨੇ, ਗਰੁੱਪ ਟੂਰਸ ਅਸੀਂ ਆਰਗੇਨਾਈਜ਼ ਕਰਦੇ ਹਾਂ ਜੀ। ਉਹ ਜਦੋਂ ਆ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਕਾਫੀ ਸਾਡੀ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਹੈ ਜੀ। ਸੋ ਆਪਣੇ ਭਾਂਡੇ, ਸਿੱਕੇ, ਚੀਜ਼ਾਂ ਜੋ ਵੀ ਤੁਹਾਡੇ ਕੋਲ ਹੈਗੀਆਂ ਇਹਨਾਂ ਨੂੰ ਸੰਭਾਲ ਕੇ ਰੱਖੋ, ਇਹਨਾਂ ਨੂੰ ਬਾਜ਼ਾਰਾਂ 'ਚ ਵੇਚੋ ਨਾ, ਕਿਉਂਕਿ ਜੇ ਤੁਸੀਂ ਆਪਣੀ ਵਿਰਾਸਤ ਤੋਂ ਟੁੱਟ ਗਏ, ਆਪਣੀ ਮਾਂ ਬੋਲੀ ਤੋਂ ਟੁੱਟ ਗਏ, ਤੇ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਬਿਲਕੁਲ। ਮੈਂ ਇੱਕ ਹੋਰ ਗੱਲ ਦੱਸਦੇ ਹਾਂ ਸਰ, ਗਾਣੇ ਗਾ ਵੀ ਲੈਂਦੇ ਨੇ, ਕਵਿਤਾ ਲਿਖ ਵੀ ਲੈਂਦੇ ਨੇ, ਉਹ ਇੱਕ ਅਲੱਗ ਵਿਸ਼ੇ। ਇਸ ਤੋਂ ਬਿਨਾਂ ਮੈਂ ਕਿਹਾ ਜੈਵਿਕ ਵਿਭਿੰਨਤਾ ਤੇ ਪੇੜ ਪੌਦਿਆਂ ਤੇ ਰੁੱਖਾਂ ਤੇ ਵੀ ਕਾਫੀ ਇਹਨਾਂ ਦੀ ਕੰਮ ਕੀਤਾ ਇਹਨਾਂ ਨੇ। ਪੰਛੀਆਂ ਤੇ ਵੀ ਸਰ ਨਾ ਤੁਹਾਡਾ ਕੰਮ ਹੈ ਕਾਫੀ। ਬਾਇਓਡਾਇਵਰਸਿਟੀ ਤੇ ਅਸੀਂ ਕਾਫੀ ਕੰਮ ਕੀਤਾ ਹੈਗਾ ਜੀ, ਕਿਉਂਕਿ ਮੇਰਾ ਰੁਝਾਨ ਸ਼ੁਰੂ ਤੋਂ ਹੀ ਨੇਚਰ ਵੱਲ ਰਿਹਾ ਜੀ। ਸੋ ਕੁਦਰਤ ਨਾਲ ਜੁੜੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਨੂੰ ਬਹੁਤ ਚੰਗੀਆਂ ਲੱਗਦੀਆਂ। ਸਰ ਆਪਣੀ ਕਿਤਾਬ ਦਾ ਨਾਮ ਲਾਜ਼ਮੀ ਸਰ ਦੱਸੋ। ਮੇਰੀ ਬੁੱਕ ਹੈ ਜੀ ਪੈੜ ਚਾਲ। ਜੇ ਉਹ ਲੈਣੀ ਹੋਵੇ ਕਿਤੋਂ, ਕਿਤੇ ਬਾਜ਼ਾਰ ਚੋਂ ਕਿਤੋਂ? ਬਾਜ਼ਾਰ 'ਚ ਪਤਾ ਨਹੀਂ ਕਿਤੇ ਹੈ ਕਿ ਨਹੀਂ, ਪਰ ਮੈਂ ਆਪਣੇ ਸ਼ੌਕ ਲਈ ਬਣਵਾਈ ਸੀ ਜੀ। ਉਹ ਦੋਸਤ ਮਿੱਤਰ ਆਉਂਦੇ, ਮੈਂ ਉਹਨਾਂ ਨੂੰ ਇੱਦਾਂ ਹੀ ਗਿਫਟ ਕਰ ਦੇਣਾ। ਠੀਕ ਹੈ ਸਰ, ਧੰਨਵਾਦ, ਮਿਹਰਬਾਨੀ ਸਰ, ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਐਂਟੀਕ ਮਿਊਜ਼ੀਅਮ ਪਟਿਆਲਾ 'ਚ ਆਏ, ਉਮੀਦ ਹੈ ਤੁਸੀਂ ਇੱਥੋਂ ਕੋਈ ਚੰਗੀਆਂ ਯਾਦਾਂ ਲੈ ਕੇ ਜਾਓਗੇ। ਬਿਲਕੁਲ ਸਰ। ਤੇ ਦਰਸ਼ਕ ਜਿਹੜੇ ਇਹ ਵੀਡੀਓ ਦੇਖ ਕੇ ਕਾਫੀ ਕੁਝ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇਗਾ। ਮਿਹਰਬਾਨੀ ਸਰ। ਸੋ ਦਰਸ਼ਕੋ, ਮਿਲਦੇ ਹਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ।